ਲਾਈਵ ਪੰਜਾਬ ਨਾਲ ਜੁੜੇ ਹੋਏ ਸਾਰੇ ਦੋਸਤਾਂ ਦਾ ਸਵਾਗਤ ਹੈ। ਮੈਂ ਜਗਸੀਰ ਸਿੰਘ ਸੰਧੂ ਹਾਜ਼ਰ ਹਾਂ ਅੱਜ ਇੱਕ ਅਜਿਹੀ ਸ਼ਖਸੀਅਤ ਨੂੰ ਦੀ ਚਰਚਾ ਲੈ ਕੇ ਜਿਹੜੀ ਕਿ ਸਿੱਖ ਪੰਥ ਦੇ ਵਿੱਚ ਬਹੁਤੀ ਚਰਚਾ ਉਸ ਤਰ੍ਹਾਂ ਦੀ ਜਿਹਦੀ ਨਹੀਂ ਹੋ ਸਕੀ। ਨਵੰਬਰ ਦਾ ਮਹੀਨਾ ਚੱਲਦਾ ਗਾ। ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਧਰਮ ਦੀ ਚਾਦਰ, ਜਿਨ੍ਹਾਂ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਤਿਲਕ ਜੰਜੂ ਦੀ ਰਾਖੀ ਲਈ ਆਪਣਾ ਸ਼ੀਸ਼ ਦਿੱਲੀ ਦੇ ਵਿੱਚ ਵਾਰ ਦਿੱਤਾ ਸੀ, ਉਹਨਾਂ ਦੀ ਸ਼ਹਾਦਤ ਦੇ ਮਹੀਨੇ ਵਜੋਂ ਨਵੰਬਰ ਦੇ ਮਹੀਨੇ ਨੂੰ ਜਾਣਿਆ ਜਾਂਦਾ ਹੈ। ਸਿੱਖ ਪੰਥ ਦੇ ਵਿੱਚ ਬੜੀ ਵੱਡੀ ਪੱਧਰ 'ਤੇ ਬੜੀ ਸ਼ਰਧਾ ਦੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਨਾਇਆ ਜਾਂਦਾ ਗਾ। ਪਿਛਲਾ ਸਾਲ ਉਹਨਾਂ ਦੇ ਜਨਮ ਸ਼ਤਾਬਦੀ ਵਜੋਂ ਵੀ ਮਨਾਇਆ ਗਿਆ, ਵੱਡੇ ਵੱਡੇ ਸਮਾਗਮ ਹੋਏ, ਪਰ ਇੱਕ ਅਜਿਹੀ ਸ਼ਖਸੀਅਤ ਹੈ ਜਿਹਦੇ ਬਾਰੇ ਬਹੁਤੀ ਚਰਚਾ ਨਹੀਂ ਹੋਈ ਅਤੇ ਉਹ ਸ਼ਖਸੀਅਤ ਦਾ ਨਾਮ ਹੈ ਲੱਖੀ ਸਾਹਿਬ ਵਣਜਾਰਾ। ਲੱਖੀ ਸਾਹਿਬ ਵਣਜਾਰਾ ਉਹ ਸ਼ਖਸੀਅਤ ਸੀ, ਉਹ ਗੁਰੂ ਘਰ ਦੇ ਉਹ ਪ੍ਰੇਮੀ ਸੀ ਜਿਨ੍ਹਾਂ ਨੇ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਸੀਸ ਹੈ ਉਹ ਤਾਂ ਭਾਈ ਜੈਤਾ ਲਿਆ ਸੀ, ਉਹਨਾਂ ਦਾ ਜਿਹੜਾ ਧੜ ਹੈ ਉਹਨੂੰ ਲਿਜਾ ਕੇ ਆਪਣੇ ਘਰ ਦੇ ਵਿੱਚ ਸੰਸਕਾਰ ਕੀਤਾ ਸੀ। ਉਹਨਾਂ ਦੇ ਸਰੀਰ ਦਾ ਜਿਹੜਾ ਸੰਸਕਾਰ ਹੈ ਉਹ ਆਪਣੇ ਘਰ ਦੇ ਵਿੱਚ ਲਿਜਾ ਕੇ ਉਹਨਾਂ ਨੇ ਕਰ ਦਿੱਤਾ ਸੀ। ਆਪਣੇ ਘਰ ਨੂੰ ਅੱਗ ਲਗਾ ਦਿੱਤੀ ਸੀ ਤਾਂ ਕਿ ਹਕੂਮਤ ਤੋਂ ਨੂੰ ਵੀ ਪਤਾ ਨਾ ਲੱਗੇ ਔਰ ਸੰਸਕਾਰ ਵੀ ਹੋ ਸਕੇ। ਸੋ ਇਸ ਘਟਨਾ ਨੂੰ ਇੱਥੋਂ ਤੱਕ ਹੀ ਯਾਦ ਕੀਤਾ ਜਾਂਦਾ ਹੈ। ਪਰ ਲੱਖੀ ਸਾਹਿਬ ਵਣਜਾਰਾ ਸੀ ਕੌਣ? ਉਹਦਾ ਗੁਰੂ ਘਰ ਨਾਲ ਕੀ ਤਾਲੁਕ ਸੀ? ਗੁਰੂ ਘਰ ਨਾਲ ਕਿਵੇਂ ਜੁੜਿਆ? ਔਰ ਇਸ ਤੋਂ ਬਾਅਦ ਗੁਰੂ ਘਰ ਦੇ ਲਈ ਲੱਖੀ ਸਾਹਿਬ ਵਣਜਾਰੇ ਦੀਆਂ ਹੋਰ ਕੀ ਅਹਿਮ ਸੇਵਾਵਾਂ ਨੇ ਜਾਂ ਕੀ ਕੁਰਬਾਨੀਆਂ ਨੇ ਉਸ ਪਰਿਵਾਰ ਦੀਆਂ, ਇਹ ਸਾਰੇ ਵਿਸ਼ੇ ਨੂੰ ਲੈ ਕੇ ਅੱਜ ਤੁਹਾਡੇ ਸਾਹਮਣੇ ਹਾਜ਼ਰ ਹੋ ਰਹੇ ਹਾਂ। ਅਤੇ ਇਸ ਵਿਸ਼ੇ ਦੇ ਉੱਪਰ, ਇਸ ਦੇ ਪਰਥਾਏ ਸਾਨੂੰ ਜਿਹੜੀ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਪਹੁੰਚੇ ਨੇ ਬਾਈ ਜਗਸੀਰ ਸਿੰਘ ਚੀਮਾ ਜੀ। ਚੀਮਾ ਸਾਹਿਬ, ਸਵਾਗਤ ਹੈ ਜੀ ਤੁਹਾਡਾ। ਸਵਾਗਤ ਸੰਧੂ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡੀ ਟੀਮ ਦਾ। ਚੀਮਾ ਸਾਹਿਬ, ਲੱਖੀ ਸਾਹਿਬ ਵਣਜਾਰਾ ਸੀ ਕੌਣ? ਸੰਧੂ ਸਾਹਿਬ, ਦੇਖਿਆ ਜਾਵੇ ਤਾਂ ਭਾਰਤੀ ਇਤਿਹਾਸ ਹੈ ਜਿਹੜਾ, ਭਾਰਤੀ ਇਤਿਹਾਸ ਦੇ ਵਿੱਚ ਅਣਗਿਣਤ ਕੌਮਾਂ ਜਿਉਂਦੀਆਂ ਨੇ ਜੀ। ਇਹਦਾ ਇੱਕ ਪੱਖ ਇਹ ਵੀ ਹੈ ਕਿ ਕੁਛ ਕੌਮਾਂ ਜਿਹੜੀਆਂ ਜਿਵੇਂ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ ਅਤੇ ਉਹ ਅਲੋਪ ਵੀ ਹੋ ਜਾਂਦੀਆਂ ਨੇ। ਬਾਬਾ ਲੱਖੀ ਸਾਹਿਬ ਵਣਜਾਰਾ ਇੱਕ ਅਜਿਹੀ ਹੀ ਕੌਮ ਦੇ ਮਹਾਨ ਰਹਿਬਰ ਹੋਏ ਨੇ ਇੱਕ ਕਿਸਮ ਦੇ ਜੀ। ਉਹ ਕੌਮ ਨੂੰ ਅਲੱਗ-ਅਲੱਗ ਨਾਵਾਂ ਦੇ ਨਾਲ ਅਲੱਗ-ਅਲੱਗ ਕੈਟਾਗਰੀ ਦੇ ਵਿੱਚ ਤਕਸੀਮ ਹੋ ਗਏ ਭਾਰਤ ਦੇ ਵਿੱਚ ਜੀ। ਉਹ ਕਾਰਨ ਆਪਾਂ ਅੱਗੇ ਚੱਲ ਕੇ ਇਹਨਾਂ ਦਾ ਜ਼ਿਕਰ ਕਰਾਂਗੇ। ਪਰ ਜੋ ਮੇਰੀ ਜੋ ਖੋਜ ਹੈ, ਮੇਰੀ ਜੋ ਰਿਸਰਚ ਹੈ, ਉਹ ਇਹ ਹੈ ਕਿ ਉਸਨੂੰ ਵਣਜਾਰਾ ਕੌਮ ਦੇ ਨਾਲ ਜਾਣਿਆ ਜਾਂਦਾ ਹੈ। ਪਰ ਉਹ ਸਮਾਜ ਕੀ ਹੈ? ਉਹ ਸਮਾਜ ਭਾਰਤ ਔਰ ਵਿਦੇਸ਼ਾਂ ਦੇ ਵਿੱਚ ਇੱਕ ਗੌਰ ਸਮਾਜ ਹੈ, ਜਿਸ ਨੂੰ ਗਵਾਰ ਸਮਾਜ ਵੀ ਕਿਹਾ ਜਾਂਦਾ, ਉਹਦੇ ਨਾਲ ਉਸ ਦੇ ਆਗੂ ਸੀ। ਔਰ ਉਹ ਗੌਰ ਸਮਾਜ ਹੈ ਜਿਹੜਾ ਅੱਜ ਜਿਵੇਂ ਭਾਰਤ ਦੇ ਵਿੱਚ ਅੰਬਾਨੀ ਅਡਾਨੀ ਕਿਸੇ ਸਮੇਂ ਅੱਜ ਵਪਾਰ ਕਰਦੇ ਹੈ, ਤਾਂ ਉਸ ਵਕਤ ਜਿਹੜੇ ਵਣਜਾਰੇ ਗੌਰ ਸਮਾਜ ਦੇ ਵਣਜਾਰੇ ਵਪਾਰੀ ਸੀ, ਉਹ ਵਪਾਰ ਕਰਦੇ ਸਨ। ਤੋ ਪਹਿਲਾਂ ਤਾਂ ਉਹਨਾਂ ਦੇ ਜਿਹੜੇ ਪਿਛੋਕੜ ਬਾਰੇ ਆਪਾਂ ਕਹਿ ਸਕਦੇ ਹਾਂ ਕਿ ਇੱਕ ਗੌਰ ਸਮਾਜ ਦੇ ਉਹ ਰਹਿਬਰ ਹੋਏ ਨੇ ਜੀ, ਜਿਨ੍ਹਾਂ ਦਾ ਜਨਮ 8 ਸਾਉਣ 1637 ਸੰਮਤ ਨੂੰ ਹੋਇਆ ਹੈ, ਯਾਨੀ ਕਿ 1580 ਈਸਵੀ ਨੂੰ ਹੋਇਆ ਹੈ ਜੀ। ਉਹਨਾਂ ਦੇ ਪਿਤਾ ਜੀ ਦਾ ਨਾਮ ਗੋਦੂ ਸੀ ਤੇ ਦਾਦਾ ਜੀ ਦਾ ਨਾਮ ਠਾਕਰਦਾਸ ਸੀ, ਜਿਨ੍ਹਾਂ ਦਾ ਜਨਮ ਅਲੀਪੁਰ ਮੁਜ਼ੱਫਰਪੁਰ ਪਾਕਿਸਤਾਨ ਦੇ ਵਿੱਚ ਹੋਇਆ ਜੀ। ਤੇ ਜਿਨ੍ਹਾਂ ਦੇ ਬਾਰੇ ਇੰਨਾ ਕੀ ਪਤਾ ਲੱਗਦਾ ਹੈ ਕਿ ਉਹਨਾਂ ਦਾ ਜਨਮ ਜਿਹੜਾ ਸੀ, ਜਨਮ ਤੋਂ ਬਾਅਦ ਜਿਹੜੇ ਗੁਰੂ ਘਰ ਦੇ ਨਾਲ ਜਿਹੜਾ ਉਹਨਾਂ ਦਾ ਸੰਬੰਧ ਆਉਂਦਾ ਹੈਗਾ ਜੀ, ਕਦੋਂ ਜੁੜੇ ਜੀ, ਉਹ ਦੇਖਿਆ ਜਾਵੇ ਤਾਂ ਜਦੋਂ 6ਵੇਂ ਪਾਤਸ਼ਾਹੀ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਹੁੰਦੇ ਨੇ ਜੀ, ਤਾਂ ਉਸ ਵਕਤ ਉੱਥੇ ਇੱਕ ਦਰੋਗਾ ਸੀ ਜਿਹੜਾ ਜਿਸ ਨੂੰ ਜੇਲਰ ਕਿਹਾ ਜਾਂਦਾ ਆਪਾਂ ਹਾਂਜੀ, ਤਾਂ ਉਹ ਜੇਲਰ ਸੀ ਹਰੀਦਾਸ ਦਰੋਗਾ ਜੀ। ਹਰੀਦਾਸ ਵਣਜਾਰਾ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਜੀ। ਉਸ ਵਕਤ 6ਵੇਂ ਪਾਤਸ਼ਾਹ ਗੁਰੂ ਸਾਹਿਬ ਉਹਨਾਂ ਦੇ ਨਾਲ ਬੜਾ ਪਿਆਰ ਕਰਦੇ ਸੀ। ਉਹ ਪਹਿਲਾਂ ਤੋਂ ਹੀ ਸਿੱਖ ਧਰਮ ਦੇ ਨਾਲ ਜੁੜੇ ਹੋਏ ਸੀ ਜੀ। ਗੁਰੂ ਸਾਹਿਬ ਦੀ ਹਰੀਦਾਸ ਦਰੋਗਾ ਜੀ ਨੇ ਬਹੁਤ ਮਦਦ ਕੀਤੀ ਜਦੋਂ ਪਿਰਥੀ ਚੰਦ ਹੁਣੇ ਚੰਦੂ ਜੀ ਸੀਗੇ, ਜਿਹੜੇ ਚੰਦੂ ਸੀਗੇ, ਤਾਂ ਉਹ ਉਹਨਾਂ ਨੇ ਜਿਵੇਂ ਪੋਸ਼ਾਕ ਦੇ ਉੱਪਰ ਜ਼ਹਿਰ ਲਾ ਕੇ ਵੀ ਗੁਰੂ ਸਾਹਿਬ ਨੂੰ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਹ ਹਰੀਦਾਸ ਜੀ ਨੇ ਉਹਨਾਂ ਦੀ ਗੱਲ ਨੂੰ ਭਾਂਪ ਲਿਆ ਤਾਂ ਉਹ ਉਹਨਾਂ ਨੇ ਸਫਲ ਨਹੀਂ ਹੋਣ ਦਿੱਤਾ। ਤਾਂ ਜਿਹੜਾ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਕਿ ਆਪਾਂ ਗੁਰੂ ਸਾਹਿਬ ਦੇ ਨਾਲ ਜਿਹੜਾ ਮਿਲਾਪ ਹੋਇਆ ਹੈ ਬਾਬਾ ਲੱਖੀ ਸ਼ਾਹ ਜੀ ਦਾ,
ਜੀ। ਉਹ ਹਰੀਦਾਸ ਵਣਜਾਰਾ ਦੇ ਥਰੂ ਹੀ ਹੋਇਆ। ਥਰੂ ਹੋਇਆ, ਜੀ। ਜਿਹੜੇ ਕਿ ਉਹਨਾਂ ਦੇ ਚਚੇਰੇ ਭਰਾ ਸਨ। ਜੀ ਜੀ ਇੰਨਾ ਕੁ ਇਤਿਹਾਸ ਦੇ ਵਿੱਚ ਉਹਨਾਂ ਦੇ ਜਨਮ ਸੰਬੰਧੀ ਮਿਲਦਾ ਹੈ ਜੀ। ਜੀ ਜੀ ਮਤਲਬ ਜਿਹੜਾ ਤੁਹਾਡੇ ਕਹਿਣ ਦਾ ਭਾਵ ਆ ਮਤਲਬ ਸਿੱਖ ਧਰਮ ਦੇ ਨਾਲ ਜੇ ਕਹਿ ਲਈਏ ਗੁਰੂ ਨਾਨਕ ਸਾਹਿਬ ਦਾ ਜਿਹੜਾ ਚਲਾਇਆ ਹੋਇਆ ਮਿਸ਼ਨ ਸੀ, ਇਹਦੇ ਨਾਲ ਪਹਿਲਾਂ ਤੋਂ ਹੀ ਲੱਖੀ ਸਾਹਿਬ ਵਣਜਾਰੇ ਦਾ ਪਰਿਵਾਰ ਹੈ ਜਿਹੜਾ ਉਹ ਜੁੜ ਚੁੱਕਿਆ ਸੀਗਾ। ਜੀ ਜੀ ਜੀ। ਤੇ ਇਤਿਹਾਸ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਨਾ, ਕੁਝ ਜਿਹੜੇ ਰੈਫਰੈਂਸ ਨੇ ਜੀ। ਉਹਨਾਂ ਦਾ ਜਦੋਂ ਡੂੰਘਾਈ ਨਾਲ ਜਾਂਚ ਕਰਦੇ ਹਾਂ ਤਾਂ ਇਹ ਵੀ ਪਤਾ ਲੱਗਦਾ, ਜਿਹੜੇ ਗੁਰੂ ਨਾਨਕ ਸਾਹਿਬ ਸੀਗੇ ਜੀ। ਜਦੋਂ ਉਹਨਾਂ ਨੇ ਉਦਾਸੀਆਂ ਕੀਤੀਆਂ ਜੀ, ਦੂਰ ਦਰਾਡੇ ਗਏ ਸੀ, ਤਾਂ ਉਹ ਗੁਰੂ ਨਾਨਕ ਸਾਹਿਬ ਉਹਨਾਂ ਦੇ ਵਣਜਾਰਾ ਜਿਹੜੇ ਟਾਂਡੇ ਸੀ, ਵਪਾਰਕ ਅਦਾਰੇ ਸੀ ਜਿਹੜੇ, ਜਦੋਂ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਂਦੇ ਸੀ ਉਹ ਟਾਂਡੇ, ਜੀ। ਤਾਂ ਉਹਨਾਂ ਦੇ ਟਾਂਡਿਆਂ ਦੇ ਨਾਲ ਹੀ ਗੁਰੂ ਸਾਹਿਬ ਜਾਂਦੇ ਸਨ। ਜੀ ਜੀ ਕਿਉਂਕਿ ਅੱਜ ਦੇ ਸਮੇਂ ਦੇ ਅਨੁਸਾਰ ਉਸ ਵਕਤ ਨਾ ਤਾਂ ਇੰਨੀਆਂ ਸੜਕਾਂ ਸੀ, ਜੀ। ਤਾਂ ਡਾਕੂ ਲੁਟੇਰਿਆਂ ਦਾ ਬੜਾ ਖਤਰਾ ਸੀਗਾ, ਜੀ। ਰਾਹਾਂ ਦਾ ਵਿੱਚ ਬੜੀ ਦਿੱਕਤ ਆਉਂਦੀ ਸੀ। ਜੀ। ਕਿਉਂਕਿ ਵਣਜਾਰੇ ਜਿਹੜੇ ਲੋਕ ਸੀਗੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਸੌਖਾਈ ਨਾਲ ਜਾਂਦੇ ਸੀਗੇ, ਤੇ ਗੁਰੂ ਸਾਹਿਬ ਉਹਨਾਂ ਦੇ ਹੀ ਟਾਂਡਿਆਂ ਦੇ ਨਾਲ ਵਿਦੇਸ਼ਾਂ ਦੇ ਵਿੱਚ ਜਾਂ ਭਾਰਤ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਿੱਥੇ ਉਦਾਸੀਆਂ ਕੀਤੀਆਂ ਨੇ, ਤਾਂ ਇਹ ਵਣਜਾਰਾ ਟਾਂਡਿਆਂ ਦੇ ਨਾਲ ਹੀ ਜਾਂਦੇ ਰਹੇ ਨੇ, ਉਹਨਾਂ ਦੇ ਕਾਫਲਿਆਂ ਦੇ ਨਾਲ, ਉਹਨਾਂ ਦੇ ਕਾਫਲਿਆਂ ਦੇ ਨਾਲ ਹੀ ਜਾਂਦੇ ਰਹੇ ਨੇ। ਜੀ 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 ਬਿਲਕੁਲ ਜੀ। ਇਹ ਬੜੀ ਅਹਿਮ ਜਾਣਕਾਰੀ ਹੈ ਗੁਰੂ ਨਾਨਕ ਸਾਹਿਬ ਬਾਰੇ ਵੀ, ਕਿਉਂਕਿ ਪਿਛਲੇ ਸਮੇਂ ਦੌਰਾਨ ਇਹ ਬੜੀ ਚਰਚਾ 'ਚ ਆਉਂਦੀ ਰਹੀ ਗੱਲ, ਆਪਣੇ ਚਾਹੇ ਵਿਸ਼ੇ ਤੋਂ ਥੋੜ੍ਹੀ ਹਟਵੀਂ ਹੈ, ਕਿ ਜਿਹੜੇ ਪੰਜ ਪਿਆਰੇ ਸੀਗੇ ਉਹ ਵੱਖੋ ਵੱਖਰੇ ਥਾਵਾਂ ਤੋਂ ਆਏ, ਅਤੇ ਪਰ ਜਦੋਂ ਰਿਸਰਚ ਨਾਲ ਦੇਖਦੇ ਹਾਂ, ਜਿਵੇਂ ਤੁਸੀਂ ਅੱਜ ਇਹ ਗੱਲ ਕਹਿ ਰਹੇ ਹੋ, ਤਾਂ ਉਹ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਉਹ ਪਰਿਵਾਰ ਸਿੱਖੀ ਨਾਲ ਜੁੜੇ ਹੋਏ ਸੀ। ਕਿਉਂਕਿ ਜਦੋਂ ਗੁਰੂ ਸਾਹਿਬ ਪ੍ਰਚਾਰ ਲਈ ਜਾਂਦੇ ਸੀ ਜਾਂ ਜਗਨਨਾਥਪੁਰੀ ਗਏ ਜਾਂ ਕਿਤੇ ਵੀ ਮਤਲਬ ਜਿੱਧਰ ਵੀ ਗਏ ਆ, ਉਹ ਪਰਿਵਾਰ ਉਦੋਂ ਤੋਂ ਹੀ ਜੁੜੇ ਹੋਏ ਸੀ, ਇਸੇ ਕਰਕੇ ਹੀ ਉਹ ਗੁਰੂ ਘਰ ਨਾਲ ਜੁੜੇ ਹੋਏ ਸੀ। ਸੋ ਇਹ ਵੀ ਬੜੀ ਅਹਿਮ ਜਾਣਕਾਰੀ ਮਿਲੀ ਹੈ ਵੀ ਜਿਸ ਤਰ੍ਹਾਂ ਵਣਜਾਰੇ ਪਰਿਵਾਰ ਨੇ ਇਹ ਗੁਰੂ ਘਰ ਦੇ ਨਾਲ ਪਹਿਲਾਂ ਤੋਂ ਜੁੜੇ ਰਹੇ, ਔਰ 10ਵੇਂ ਪਾਤਸ਼ਾਹ ਵੇਲੇ ਤਾਂ ਬਹੁਤ ਵੱਡਾ ਮਤਲਬ ਅਸਲੇ ਦਾ ਸਾਰਾ ਕੰਮ ਜਾਂ ਹੋਰ ਉਹ ਇਸ ਵਣਜਾਰਾ ਜਾਤੀ ਕੋਲ ਹੀ ਚਲਿਆ ਗਿਆ ਸੀਗਾ। ਸੋ ਅੱਜ ਆਪਾਂ ਗੱਲ ਕਰ ਰਹੇ ਹਾਂਗੇ ਲੱਖੀ ਸਾਹਿਬ ਵਣਜਾਰਾ ਜੀ ਦੀ। ਸੋ ਇਹਨਾਂ ਦੇ ਜਨਮ ਬਾਰੇ ਤਾਂ ਤੁਸੀਂ ਜਿਹੜੀ ਅਹਿਮ ਜਾਣਕਾਰੀ ਦੇ ਦਿੱਤੀ ਆ, ਅਤੇ ਇਹਨਾਂ ਦਾ ਜਿਹੜਾ ਵਪਾਰਕ ਸਿਸਟਮ ਸੀ ਉਹਦੇ ਬਾਰੇ ਵੀ ਜਾਣਕਾਰੀ ਦਿਓ ਵੀ ਉਹ ਕਿਸ ਤਰ੍ਹਾਂ ਦਾ ਸੀ। ਉਵੇਂ ਜਿਵੇਂ ਤੁਸੀਂ ਹੁਣ ਅੱਜ ਦੇ ਅਡਾਨੀਆਂ ਅਬਾਨੀਆਂ ਨਾਲ ਜਾਂ ਅੱਜ ਦੇ ਵਪਾਰੀਆਂ ਨਾਲ ਜੋੜ ਕੇ ਦੱਸ ਰਹੇ ਹੋ ਵੀ ਉਸ ਸਮੇਂ ਵੱਡੇ ਵਪਾਰੀ ਸੀਗੇ, ਸੋ ਇਹ ਕਿਸ ਤਰ੍ਹਾਂ ਦਾ ਵਪਾਰ ਕਰਦੇ ਸੀ? ਵਪਾਰਕ ਜਿਹੜਾ ਸੰਗਠਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਬਾਬਾ ਲੱਖੀ ਸ਼ਾਹ ਵਣਜਾਰਾ ਜੀ ਦੇ ਬਾਰੇ, ਜੀ ਸਾਹਿਬ ਹਾਲੇ ਤੱਕ ਕੋਈ ਜਿਵੇਂ ਕਹਿ ਲਓ ਉਹਨਾਂ ਦੇ ਵਪਾਰ ਕਿੰਨਾ ਕਰੋੜਾਂ ਜਾਂ ਮਿਲੀਅਨਾਂ ਦੇ ਵਿੱਚ ਸੀ, ਇਹ ਪੂਰੀ ਬਹੁਤਾਤ ਤਾਂ ਹਾਲੇ ਮੈਂ ਉਹਦੇ ਅੰਕੜੇ ਨਹੀਂ ਕੱਢ ਸਕਿਆ। ਪਰੰਤੂ ਜਦੋਂ ਵਿਦੇਸ਼ੀ ਸੈਲਾਨੀਆਂ ਦੇ ਜੋ ਭਾਰਤ ਦੇ ਵਿੱਚ ਟੂਰਿਜ਼ਮ ਦੇ ਲਈ ਆਉਂਦੇ ਰਹੇ ਨੇ, ਜਿਵੇਂ ਮੋਰਲੈਂਡ ਨੇ ਲਿਖਿਆ ਹੈ, ਟਰੈਵਲੀਅਰ ਨੇ ਲਿਖਿਆ ਹੈ, ਜਿਨ੍ਹਾਂ 'ਤੇ ਭਾਰਤੀ ਇਤਿਹਾਸਕਾਰ ਇਰਫਾਨ ਹਬੀਬ ਹੋਏ ਨੇ, ਉਹਨਾਂ ਨੇ ਮੱਧਕਾਲ ਦੇ ਵਿੱਚ 'ਤੇ ਕਾਫੀ ਰਿਸਰਚ ਕੀਤੀ ਹੈ। ਰੋਮੀਲਾ ਥਾਪਰ ਜੀ ਨੇ, ਉਹਨਾਂ ਨੇ ਭਾਰਤ ਦੇ ਮੱਧਕਾਲੀਨ ਵਿਸ਼ੇ 'ਤੇ ਬੜੀ ਰਿਸਰਚ ਕੀਤੀ ਹੈ। ਉਹਨਾਂ ਨੇ ਵਣਜਾਰਿਆਂ ਦਾ ਜਿਹੜਾ ਵਪਾਰ ਹੈ, ਭਾਰਤੀ ਵਪਾਰ ਅਤੇ ਵਿਦੇਸ਼ੀ ਵਪਾਰ, ਉਹਨਾਂ ਦੇ ਤੁਲਨਾਤਮਕ ਪੱਖ ਨੂੰ ਬੜੀ ਡੂੰਘਾਈ ਦੇ ਨਾਲ ਜਾਂਚਿਆ ਔਰ ਉਹਨਾਂ ਨੂੰ ਪੇਸ਼ ਕੀਤਾ ਜੀ। ਜਦੋਂ ਉਹਨਾਂ ਨੇ ਇਸ ਸਿੱਟੇ 'ਤੇ ਪਹੁੰਚੇ ਨੇ ਕਿ ਜਿਹੜੇ ਯਹੂਦੀ ਸੀ ਤੁਰਕੀ ਸਾਮਰਾਜ ਦੇ ਵਿੱਚ, ਯਹੂਦੀ ਨੂੰ ਅੱਜ ਵੀ ਸੰਸਾਰ ਦੇ ਵਿੱਚ ਯਹੂਦੀਆਂ ਨੂੰ ਬੜੇ ਉੱਚ ਦਰਜੇ ਪ੍ਰਾਪਤ ਨੇ ਕਿ ਸੰਸਾਰ ਦੇ ਹਰ ਪੱਖੋਂ ਯਹੂਦੀ ਕਾਮਯਾਬ ਨੇ। ਪਰੰਤੂ ਜਿਹੜੇ ਵਿਦੇਸ਼ੀ ਸੈਲਾਨੀ ਹੋਏ ਨੇ, ਉਹ ਵਣਜਾਰਿਆਂ ਦਾ ਜਿਹੜਾ ਵਪਾਰਕ ਸੰਗਠਨ ਸੀ ਉਹ ਇਹ ਦੱਸਦੇ ਨੇ ਕਿ ਤੁਰਕੀ ਸਾਮਰਾਜ ਦੇ ਵਿੱਚ ਜਿਹੜਾ ਯਹੂਦੀਆਂ ਦਾ ਵਪਾਰ ਸੀਗਾ ਉਹ ਬਹੁਤ ਹੀ ਉੱਚ ਪਾਏ ਦਾ ਸੀ। ਪਰੰਤੂ ਜਦੋਂ ਭਾਰਤੀ ਵਪਾਰ ਦੀ ਅਸੀਂ ਗੱਲ ਕਰਦੇ ਹਾਂ ਤਾਂ ਯਹੂਦੀ ਲੋਕ ਭਾਰਤੀ ਵਪਾਰਕ ਘਰਾਣਿਆਂ ਦੇ ਸ਼ਾਗਿਰਦ ਬਣਨ ਦੇ ਵੀ ਕਾਬਿਲ ਨਹੀਂ ਸੀ ਜੀ, ਉਹ ਉਹਨਾਂ ਦੇ ਇੰਨੇ ਨੀਵੇਂ ਪੱਧਰ 'ਤੇ ਸੀ ਜੀ ਜੀ। ਫਿਰ ਜਦੋਂ ਵਪਾਰ ਦੀ ਗੱਲ ਫਿਰ ਆਉਂਦੀ ਹੈ ਤਾਂ ਜਿਹੜਾ ਟਰੈਵਲੀਅਰ ਹੋਇਆ, ਉਹਨਾਂ ਨੇ ਲਿਖਿਆ ਹੈ ਕਿ ਜਿਹੜਾ ਵਣਜਾਰਿਆਂ ਦਾ ਵਪਾਰ ਸੀ, ਇੱਥੇ ਬਾਬਾ ਲੱਖੀ ਸ਼ਾਹ ਜੀ ਦਾ ਜੇ ਵਪਾਰ 'ਤੇ ਨਹੀਂ ਆਏ ਆਪਾਂ, ਜਿਹੜਾ ਵਣਜਾਰਿਆਂ ਦਾ ਵਪਾਰ ਸੀ, ਵਣਜਾਰਿਆਂ ਦਾ ਵਪਾਰ ਤਕਰੀਬਨ ਡੇਲੀ ਦਾ ਸੀ, ਜਿਹੜਾ 1500 ਟਨ ਦਾ ਸੀ ਉਹਨਾਂ ਦਾ ਜੀ। 1500 ਟਨ ਨੂੰ ਤੁਸੀਂ ਦੇਖ ਲਓ। ਉਹਨਾਂ ਨੇ ਫਿਰ ਉਹਨਾਂ ਦੇ ਗੱਡਿਆਂ ਦੀ ਵੀ ਇਹੀ ਗਿਣਤੀ ਦੱਸੀ ਹੈ ਕਿ 10,000 ਹੋ ਜਾਂਦੀ ਸੀ, ਕਿਤੇ 20,000 ਗੱਡੇ ਹੋ ਜਾਂਦੇ ਸੀ, ਕਿਤੇ ਕਿਤੇ
ਕਹਿੰਦੇ ਵੀ ਇੰਨਾ ਚਾਰਜ ਹੁੰਦਾ ਸੀ ਕਿ 40-40 ਹਜ਼ਾਰ ਗੱਡੇ ਵੀ ਹੋ ਜਾਂਦੇ ਸੀ ਜੀ। ਉਹਨਾਂ ਗੱਡਿਆਂ ਨੂੰ ਖਿੱਚਣ ਦੇ ਲਈ ਜਿਵੇਂ ਪੁਰਾਣੇ ਸਮੇਂ ਦੇ ਵਿੱਚ 2 ਬਲਦ ਵੀ ਲੱਗੇ ਹੁੰਦੇ ਸੀ, ਜੀ। ਪਰੰਤੂ ਕਈ ਇਹੋ ਜਿਹੇ ਵੀ ਗੱਡੇ ਹੁੰਦੇ ਸੀ ਜਿਨ੍ਹਾਂ ਨੂੰ 8-8 10-10 ਬਲਦ ਵੀ ਖਿੱਚਦੇ ਸੀ। ਜੀ। ਪਰ ਹਰੇਕ ਗੱਡੇ ਦੇ ਨਾਲ 2 ਜਾਂ 3 ਕਰਮੀ ਹੁੰਦੇ ਸੀ। ਜੀ। ਜਦੋਂ ਉਹ ਅੰਕੜਿਆਂ ਨੂੰ ਅਸੀਂ ਦੇਖਦੇ ਹਾਂ, ਉਹਨਾਂ ਅੰਕੜਿਆਂ ਤੋਂ ਬਾਅਦ ਜਦੋਂ ਪੰਜਾਬ ਦਾ ਇਤਿਹਾਸ ਦੇਖਦੇ ਹਾਂ, ਡਾਕਟਰ ਫੌਜਾ ਸਿੰਘ ਨੇ ਜਿਹੜਾ ਲਿਖਿਆ ਪੰਜਾਬੀ ਯੂਨੀਵਰਸਿਟੀ ਵੱਲੋਂ, ਉਹਨਾਂ ਨੇ ਫਿਰ ਤੱਤ ਨਿਖੇੜ ਕੀਤਾ ਹੈ ਕਿ ਜਿਹੜਾ ਭਾਰਤੀ ਵਪਾਰ ਸੀ, ਭਾਰਤੀ ਵਪਾਰ ਦਾ ਜਿਹੜਾ ਸਾਰਾ ਤਾਣਾ ਬਾਣਾ ਸੀਗਾ ਉਹ ਤਕਰੀਬਨ ਵਣਜਾਰਿਆਂ ਦੇ ਅੰਡਰ ਸੀ। ਜੀ। ਸੋ ਜਦੋਂ 9ਵੇਂ ਪਾਤਸ਼ਾਹ ਦੇ ਨਾਲ ਇੱਕ ਬਾਬਾ ਲਖਣ ਸ਼ਾਹ ਲੋਬਾਣਾ ਜੀ ਦੀ ਜੋ ਘਟਨਾ ਜੁੜਦੀ ਹੈ, ਜਦੋਂ ਫੋਰਨ ਤੇ ਗਏ ਹੋਏ ਸੀ ਤਾਂ ਉਹਨਾਂ ਦਾ ਜਹਾਜ਼ ਭੰਵਰ 'ਚ ਫਸ ਗਿਆ ਸੀ, ਜਿੱਥੋਂ ਅਸੀਂ ਇਹ ਸਿੱਟਾ ਕੱਢਦੇ ਹਾਂ ਕਿ ਜਿਹੜੇ ਵਣਜਾਰੇ ਸੀਗੇ ਉਹ ਜਹਾਜ਼ਾਂ ਦੇ ਮਾਲਕ ਵੀ ਸੀ। ਜੀ। ਉਹ ਜਹਾਜ਼ ਉਹਨਾਂ ਦਾ ਕਿਰਾਏਦਾਰ ਨਹੀਂ ਸੀ, ਉਹ ਜਹਾਜ਼ ਬਾਬਾ ਮੱਖਣ ਸ਼ਾਹ ਲੋਬਾਣਾ ਜੀ ਦਾ ਖੁਦ ਆਪਣਾ ਸੀਗਾ ਉਹਨਾਂ ਦਾ ਜਹਾਜ਼। ਜੀ। ਜੀ। ਤਾਂ ਇਹ ਫਰਾਂਸੀਸੀ ਸੈਲਾਨੀਆਂ ਨੇ ਵੀ ਲਿਖਿਆ ਹੈ ਕਿ ਜਿਹੜੇ ਭਾਰਤੀ ਵਣਜਾਰੇ ਹੋਏ ਨੇ ਉਹ ਜਹਾਜ਼ਾਂ ਦੇ ਮਾਲਕ ਵੀ ਸੀ, ਉਹਨਾਂ ਦਾ ਵਪਾਰ ਸੀ ਜਿਹੜਾ ਦੂਰ ਦਰਾਂਡਿਆਂ ਤੱਕ ਸੀਗਾ। ਅਤੇ ਭਾਰਤ ਦੇ ਵਿੱਚ ਤਾਂ ਜਿਹੜੇ ਮਤਲਬ ਛੋਟੇ ਮੋਟੇ ਜਿਵੇਂ ਪਰਚੂਨ ਦਾ ਵਪਾਰ ਕਹਿ ਲਓ, ਪਰਚੂਨ ਦਾ ਵਪਾਰ ਸੀ ਉਹ ਆਮ ਲੋਕ ਕਰਦੇ ਸੀ। ਜਿਹੜਾ ਹੋਲਸੇਲ ਦਾ ਵਪਾਰ ਸੀਗਾ ਉਹ ਵਣਜਾਰੇ ਹੀ ਕਰਦੇ ਸੀਗੇ। ਵਣਜਾਰਿਆਂ ਦੇ ਵਿੱਚ ਜਦੋਂ ਫਿਰ ਅੱਗੇ ਡੂੰਘਾਈ ਦੇ ਵਿੱਚ ਆਉਣੇ ਆ ਤਾਂ 2 ਮੇਨ ਜਿਹੜੀਆਂ ਕੜੀਆਂ ਨੇ, ਬਾਬਾ ਮੱਖਣ ਸ਼ਾਹ ਲੋਬਾਣਾ ਅਤੇ ਬਾਬਾ ਲੱਖੀ ਸ਼ਾਹ ਵਣਜਾਰਾ ਜੀ, ਇਹ ਉਗੜ ਕੇ ਆਉਂਦੀਆਂ ਨੇ। ਬਾਬਾ ਜਿਹੜਾ ਮੱਖਣ ਸ਼ਾਹ ਲੋਬਾਣਾ ਸੀ ਉਹਨਾਂ ਦਾ ਵਪਾਰ ਤਕਰੀਬਨ ਜ਼ਿਆਦਾਤਰ ਲੂਣ ਦਾ ਵਪਾਰ, ਲਵਣ, ਜਿਵੇਂ ਲੋਬਾਣਾ ਲਵਣ ਤੋਂ ਬਣਿਆ ਹੋਇਆ ਲੂਣ ਦਾ ਕਰਦੇ ਸੀ। ਅਤੇ ਭਾਈ ਲੱਖੀ ਸ਼ਾਹ ਵਣਜਾਰਾ ਦਾ ਜਿਹੜਾ ਸੀਗਾ ਇਹ ਤਕਰੀਬਨ ਚੂਨੇ ਦਾ ਜਿਹੜਾ ਵਪਾਰ ਸੀਗਾ, ਚੂਨੇ ਦੇ ਬਹੁਤ ਵੱਡੇ ਠੇਕੇਦਾਰ ਸੀਗੇ। ਔਰ ਲੂਣ ਦਾ ਵਪਾਰ ਵੀ ਕਰਦੇ ਸੀ, ਪਰ ਚੂਨੇ ਦਾ ਵੱਡਾ ਠੇਕੇਦਾਰ ਸੀਗੇ। ਉਸ ਸਮਿਆਂ ਦੇ ਤੁਹਾਨੂੰ ਪਤਾ ਹੈ ਕਿ ਜਿਵੇਂ ਜਿਹੜੇ ਪੁਰਾਤਨ ਕਿਲੇ ਸੀਗੇ, ਪੁਰਾਤਨ ਇਮਾਰਤਾਂ ਸੀ, ਉਹ ਚੂਨੇ ਦੀਆਂ ਬਣਦੀਆਂ ਸੀ, ਸੀਮਿੰਟ ਨਹੀਂ ਵਰਤਿਆ ਜਾਂਦਾ ਸੀ। ਬਿਲਕੁਲ ਹਾਂਜੀ। ਤਾਂ ਬਾਬਾ ਜਿਹੜੇ ਲੱਖੀ ਸ਼ਾਹ ਜੀ ਹੋਏ ਨੇ, ਇਹ ਇੱਕ ਤਰ੍ਹਾਂ ਦੇ ਸਰਕਾਰੀ ਕੰਟਰੈਕਟਰ ਸੀਗੇ ਜੀ। ਜਿਹੜੇ ਕਿਲੇ ਬਣਦੇ ਸੀ, ਕਿਲੇ ਵੀ ਇਹਨਾਂ ਦੇ ਥਰੂ ਹੀ ਬਣਦੇ ਸੀ ਜੀ। ਸੋ ਇਹ ਭਵਨ ਇਮਾਰਤ ਦੀਆਂ ਜਿਹੜੀਆਂ ਜਦੋਂ ਗੱਲ ਆਉਂਦੀ ਹੈ, ਭਵਨ ਇਮਾਰਤ ਵੀ ਇਹਨਾਂ ਦੇ ਅੰਡਰ ਸੀਗਾ ਜੀ। ਬੜੀਆਂ ਇਹਨਾਂ ਨੇ ਇਮਾਰਤਾਂ ਬਣਾਈਆਂ, ਬੜੇ ਇਹਨਾਂ ਨੇ ਖੂਹ ਬਣਾਏ। ਫਿਰ ਜ਼ਿਕਰ ਆਉਂਦਾ ਹੈ ਇਤਿਹਾਸ ਦੇ ਵਿੱਚ ਕਿ ਜਿਹੜੇ ਵਣਜਾਰੇ ਹੋਏ ਨੇ, ਵਣਜਾਰਿਆਂ ਨੂੰ ਇੱਕ ਸਬਸਿਡੀ ਜਾਂ ਗ੍ਰਾਂਟ ਕਹਿ ਲਓ ਉਹ ਦਿੱਤੀ ਜਾਂਦੀ ਸੀ ਮੁਗਲਾਂ ਵੱਲੋਂ ਕਿ ਤੁਸੀਂ ਇਸ ਥਾਂ ਦੇ ਉੱਪਰ ਇਹ ਇਲਾਕਾ ਵਸਾਉਣਾ ਜਾਂ ਇਸ ਥਾਂ ਦੇ ਉੱਪਰ ਇਹ ਕਿਲ੍ਹਾ ਬਣਾਉਣਾ, ਤਾਂ ਉਹਨਾਂ ਨੂੰ ਇੱਕ ਵਿਸ਼ੇਸ਼ ਪੈਕੇਜ ਦਿੱਤਾ ਜਾਂਦਾ ਸੀਗਾ। ਕਹਿਣ ਤੋਂ ਭਾਵ ਜਿਹੜੀ ਪੂਰੀ ਦੀ ਪੂਰੀ ਇਕੋਨਮੀ ਸੀ ਇੰਡੀਆ ਦੀ, ਉਹ ਵਣਜਾਰੇ ਲੋਕਾਂ ਦੇ ਜਿਹੜੇ ਗੁਆਰ ਸਮਾਜ ਸੀ ਉਹਨਾਂ ਦਾ ਹੀ ਧੁਰਾ ਸੀਗਾ ਜੀ। ਹੁਣ ਬਾਬਾ ਲੱਖੀ ਰਾਏ ਵਣਜਾਰਾ, ਜਿਨ੍ਹਾਂ ਦੇ ਪਰਿਵਾਰ ਦਾ ਨਾਮ ਲੱਖੀ ਰਾਏ ਸੀਗਾ, ਅਤੇ ਉਹ ਬਾਬਾ ਲੱਖੀ ਸ਼ਾਹ ਵਣਜਾਰਾ ਦੇ ਨਾਂ ਨਾਲ ਹੁਣ ਜਾਣੇ ਜਾਂਦੇ ਨੇ, ਪ੍ਰਚਲਿਤ ਹੋਇਆ। ਪਰ ਇਹਦੇ ਵਿੱਚ ਵੀ ਆਪਾਂ ਦੇਖਾਂਗੇ ਕਿ ਗੁਰੂ ਸਾਹਿਬਾਂ ਦੀ ਹਾਂਜੀ ਸ਼ਾਹ ਕਿਵੇਂ ਬਣੇ, ਉਹਨਾਂ ਦੇ ਸ਼ਾਹ ਬਣਨ ਦੀ ਘਟਨਾ ਕੀ ਆ, ਇਹ ਆਪਾਂ ਅੱਗੇ ਚੱਲ ਕੇ ਦੇਖਦੇ ਹਾਂ ਕਿ ਇਹਨਾਂ ਦੀ ਕੀ ਕਹਾਣੀ ਹੋਈ। ਜਿਵੇਂ ਕਬੀਰ ਸਾਹਿਬ ਦਾ ਸਲੋਗਨ ਕਿ ਪਾਰਸ ਪਰਸਿਆਂ ਪਾਰਸ ਹੋਏ। ਤੋ ਇੱਕ ਐਸੀ ਸੰਸਥਾ ਦੇ ਨਾਲ, ਐਸੇ ਮਿਸ਼ਨ ਦੇ ਨਾਲ ਭਾਈ ਲੱਖੀ ਸ਼ਾਹ ਵਣਜਾਰਾ ਜੁੜੇ ਹੋਏ ਸੀ, ਜਿਹੜੇ ਲੱਖੀ ਰਾਏ ਤੋਂ ਲੱਖੀ ਸ਼ਾਹ ਵਣਜਾਰਾ ਹੋ ਗਏ। ਤਾਂ ਇੱਥੇ ਆਪਾਂ ਗੱਲ ਕਰ ਰਹੇ ਸੀ ਵਪਾਰਕ ਸੰਗਠਨ ਦੀ। ਵਪਾਰਕ ਸੰਗਠਨ ਦੇ ਨਾਲ ਜਿਹੜੇ ਸੂਰਜ ਪ੍ਰਕਾਸ਼ ਦੇ ਵਿੱਚ ਵੀ ਜ਼ਿਕਰ ਆਉਂਦਾ ਹੈ ਬਾਬਾ ਲੱਖੀ ਸ਼ਾਹ ਵਣਜਾਰਾ ਜੀ ਦਾ, ਕਿ ਉਹਨਾਂ ਦੇ ਜਿਹੜੇ ਗੱਡਿਆਂ ਦੀ ਗਿਣਤੀ ਹੈ ਉਹਨਾਂ 10,000 ਜਾਂ 20,000 ਹੋ ਜਾਂਦੀ ਹੈ। ਉਹ ਆਪਣੇ ਨਾਲ ਸੈਨਾ ਰੱਖਦੇ ਸੀਗੇ। ਉਹ ਸੈਨਾ ਦੀ ਜਿੱਥੇ ਗੱਲ ਆਉਂਦੀ ਹੈ, ਜਿਹੜੀ ਵਣਜਾਰਾ ਸੈਨਾ ਸੀਗਾ, ਵਣਜਾਰਾ ਸੈਨਾ ਪਹਿਲਾਂ ਤੋਂ ਹੀ ਕਿਉਂਕਿ ਜਦੋਂ ਪਹਿਲੇ ਦਿਨੋਂ ਹੀ ਉਹਨਾਂ ਦੇ ਨਾਲ ਜੁੜੀ ਹੋਈ ਸੀ। ਜਦੋਂ ਕਾਫਲੇ ਲੈ ਕੇ ਜਾਣੇ ਆ ਉਹਨਾਂ ਦੀ ਮਤਲਬ ਸੁਰੱਖਿਆ ਲਈ, ਸੁਰੱਖਿਆ ਪੱਖੋਂ ਜਦੋਂ ਸੀਗਾ, ਇਹ ਵਿਦੇਸ਼ੀ ਸੈਲਾਨੀਆਂ ਨੇ ਲਿਖਿਆ ਕਿ ਭਾਰਤ ਦੇ ਜਿਹੜੇ ਵਿਦੇਸ਼ੀ ਜਿਹੜੇ ਲੋਕ ਸੀਗੇ ਉਹ ਵਪਾਰ ਪੱਖੋਂ ਕਿਉਂ ਨਹੀਂ ਕਾਮਯਾਬ ਹੋ ਸਕੇ। ਕਾਰਨ ਇਹ ਸੀ ਕਿ ਉਸ ਵਕਤ ਜਿਹੜੇ ਲੁਟੇਰੇ ਸੀ, ਧਾੜਵੀ ਸੀ, ਉਹਨਾਂ ਦਾ ਮਾਲ ਵੀ ਲੁੱਟ ਲੈਂਦੇ ਸੀ
ਤੇ ਉਹਨਾਂ ਨੂੰ ਕਤਲ ਵੀ ਕਰ ਦਿੰਦੇ ਸੀਗੇ ਜੀ ਇਸ ਪੱਖੋਂ ਵਣਜਾਰਿਆਂ ਨੇ ਆਪਣੀ ਇੱਕ ਵੱਖ ਸੈਨਾ ਤਿਆਰ ਕਰ ਰੱਖੀ ਸੀਗੀ ਜਿਹੜੀ ਅੱਗੇ ਚੱਲ ਕੇ ਗੁਰੂ ਸਾਹਿਬ ਦੇ ਨਾਲ ਜੁੜੀ ਔਰ ਸਿੱਖ ਮਿਸ਼ਨ ਨੂੰ ਅੱਗੇ ਕਾਮਯਾਬ ਬਣਾਇਆ। ਵਪਾਰਕ ਸੰਗਠਨ ਦੇ ਵਿੱਚ ਇੱਕ ਹੋਰ ਗੱਲ ਮਤਲਬ ਉਗੜ ਕੇ ਆਉਂਦੀ ਹੈ ਇਹਨਾਂ ਦੇ ਕਿ ਉਸ ਵਕਤ ਇਹਨਾਂ ਨੇ ਇੱਕ ਹੁੰਡੀ ਪ੍ਰਣਾਲੀ ਦਾ ਜ਼ਿਕਰ ਆਉਂਦਾ ਹੈ ਜੀ। ਹੁੰਡੀ ਪ੍ਰਣਾਲੀ ਦਾ ਜਦੋਂ ਅਸੀਂ ਗੌਰ ਨਾਲ ਵੇਖਦੇ ਹਾਂ ਉਹਨੂੰ ਤਾਂ ਕੀ ਸੀ ਮੌਜੂਦਾ ਜਿਹੜਾ ਬੈਂਕਾਂ ਦਾ ਦੌਰ ਹੈ ਜਿਵੇਂ ਡਰਾਫਟ ਸਿਸਟਮ ਹੈ ਹਾਂਜੀ ਉਹ ਕੀ ਹੁੰਦਾ ਸੀ ਕਿ ਇੱਕ ਥਾਂ ਤੋਂ ਤੁਸੀਂ ਪੈਸੇ ਜਮ੍ਹਾਂ ਕਰਾਓ ਉਹਨਾਂ ਨੂੰ ਕੋਈ ਆਪਣਾ ਡਰਾਫਟ ਜਾਂ ਸਿਸਟਮ ਕੋਈ ਲਿਖ ਕੇ ਦੇ ਪਰਚੀ ਦੇ ਦਿੰਦੇ ਸੀਗੇ ਉਹ ਦੂਰ ਦਰਾਡੇ ਜਦੋਂ ਜਾਣਾ ਉਹਨਾਂ ਨੇ ਵਪਾਰ ਪੱਖੋਂ ਤਾਂ ਉਹ ਉੱਥੇ ਜਾ ਕੇ ਉਹਨਾਂ ਦੀ ਉਹ ਦਿਖਾ ਦਿੰਦੇ ਸੀ ਜਿਸ ਕਰਕੇ ਉਹਨਾਂ ਨੂੰ ਰਸਤੇ ਦੇ ਵਿੱਚ ਕੋਈ ਪੈਸੇ ਚੱਕਣ ਦੀ ਜ਼ਰੂਰਤ ਨਹੀਂ ਪੈਂਦੀ ਸੀਗੀ। ਤਾਂ ਤੁਸੀਂ ਦੇਖੋ ਜਿਹੜਾ ਬੈਂਕਿੰਗ ਸਿਸਟਮ ਹੈ ਅੱਜ ਦਾ ਬੈਂਕਿੰਗ ਸਿਸਟਮ ਅਸੀਂ ਕਹਿੰਦੇ ਐਡਵਾਂਸ ਹੈ ਤਾਂ ਇਹ ਅੱਜ ਤੋਂ 300-400 ਸਾਲ ਪਹਿਲਾਂ ਇਹਨੂੰ ਵਣਜਾਰੇ ਸਨ ਦਾ ਇਹਨਾਂ ਦੀ ਕਾਢ ਸੀ। ਜੀ ਜੀ ਬਿਲਕੁਲ ਜੀ। ਸੋ ਜਿੱਥੋਂ ਚਰਚਾ ਦੇ ਵਿੱਚ ਆਇਆ ਲੱਖੀ ਸ਼ਾਹ ਵਣਜਾਰਾ ਜੀ ਉਹ ਆਉਂਦੇ ਆ 1675 ਨੂੰ ਜਦੋਂ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਹੈਗੀ। ਸੋ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀਗੇ ਇਹ ਡੈਫੀਨੇਟਲੀ ਇਹ ਗੱਲ ਹੈ ਜਿਹੜੀ ਇਹ ਸਾਹਮਣੇ ਆਉਣੀ ਹੈ ਜਾਂ ਇਹ ਗੱਲ ਸਮਝ ਵੀ ਆਉਂਦੀ ਹੈ ਕਿ ਉਸ ਸਮੇਂ ਜਦੋਂ ਉਹ ਲਾਲ ਕਿਲ੍ਹੇ ਤੋਂ ਨਿਕਲੇ ਹੋਣੇ ਆ ਗੁਰੂ ਸਾਹਿਬ ਦੇ ਚਾਂਦਨੀ ਚੌਕ ਦੇ ਵਿੱਚ ਜਦੋਂ ਸ਼ਹਾਦਤ ਹੋ ਜਾਂਦੀ ਹੈ ਕਹਿੰਦੇ ਵੀ ਮੀਂਹ ਝੱਖੜ ਹਨੇਰੀ ਆਏ ਹੋਏ ਸੀਗੇ ਤਾਂ ਉਹਨਾਂ ਦੀ ਜਿਹੜਾ ਪਾਰਥਿਕ ਸਰੀਰ ਹੈ ਸੀਸ ਤਾਂ ਭਾਈ ਜੀਵਨ ਸਿੰਘ ਲੈ ਗਿਆ ਭਾਈ ਜੈਤਾ ਜੀ ਪਰ ਜਿਹੜਾ ਪਾਰਥਿਕ ਸਰੀਰ ਹੈ ਉਹਨੂੰ ਇਹ ਲੈ ਕੇ ਗਏ ਆਪਣੇ ਨਾਲ ਅਤੇ ਉਹ ਡੈਫੀਨੇਟਲੀ ਇਹ ਗੱਲ ਸਾਹਮਣੇ ਆਉਂਦੀ ਹੈ ਵੀ ਕੋਈ ਨਾ ਕੋਈ ਇਸ ਤਰ੍ਹਾਂ ਦਾ ਇਹਨਾਂ ਕੋਲ ਵਹੀਕਲ ਹੋਊਗਾ ਜਿਹਦੇ ਵਿੱਚ ਰੱਖ ਕੇ ਲੈ ਗਏ ਕੋਈ ਰਾਤ ਹੋਊਗਾ ਜਾਂ ਜਿਹਦੇ ਵਿੱਚ ਇਹ ਆ ਰਹੇ ਹੋ ਕੋਈ ਗੱਡਾ ਹੋਊਗਾ ਕਿਉਂਕਿ ਸਰੀਰ ਇੱਦਾਂ ਲੈ ਕੇ ਜਾਣਾ ਇੱਕ ਮਨੁੱਖੀ ਸਰੀਰ ਲੈ ਕੇ ਜਾਣਾ ਘਰ ਤੱਕ ਉਹ ਉਹਨਾਂ ਹਾਲਾਤਾਂ ਦੇ ਵਿੱਚ ਕਿਸੇ ਤਰ੍ਹਾਂ ਵੀ ਜੇਕਰ ਨਹੀਂ ਆਉਂਦਾ। ਫਿਰ ਬਹੁਤ ਸਾਰੇ ਲੋਕ ਕਹਿੰਦੇ ਜੀ ਉਹਨਾਂ ਨੇ ਆਪਣੀ ਘਰ ਸਾੜਤਾ ਕੁੱਲੀ ਸਾੜਤੀ ਛੰਨ 'ਚ ਸਾੜਤੀ ਇਹਨੂੰ ਕਿਵੇਂ ਦੇਖਦੇ ਹੋ ਇਸ ਘਟਨਾ ਬਾਰੇ ਥੋੜ੍ਹਾ ਚਾਨਣਾ ਪਾਓ। ਸੰਧੂ ਸਾਹਿਬ ਜਿਹੜੀ ਇਤਿਹਾਸ ਦਾ ਭਾਰਤ ਦੇ ਵਿੱਚ ਖਾਸ ਕਰਕੇ ਅੱਜ ਵੀ ਹੋ ਰਿਹਾ ਇਤਿਹਾਸ ਦਾ ਕਤਲ ਹੋ ਰਿਹਾ ਜਿਹੜਾ ਪਰ ਜਿਵੇਂ ਡਾਕਟਰ ਗੰਡਾ ਸਿੰਘ ਨੇ ਇੱਕ ਲਿਖਿਆ ਹੋਇਆ ਆਪਣੀ ਕਿਤਾਬ ਦੇ ਕਿ ਇਤਿਹਾਸ ਦੇ ਵਿੱਚ ਜਿਹੜੀ ਮਨੋਕਲਪਨਾ ਨਾ ਉਹ ਪਾਪ ਹੈ। ਤਾਂ ਅੱਜ ਭਾਰਤ ਦੇ ਵਿੱਚ ਖਾਸ ਕਰਕੇ ਪਾਪ ਇਹ ਵੱਧਦਾ ਜਾ ਰਿਹਾ ਇਤਿਹਾਸਿਕ ਪੱਖ ਤੋਂ ਜੀ ਕਿਉਂਕਿ ਕੁਝ ਇਸ ਤਰ੍ਹਾਂ ਦੇ ਸੁਸਾਇਟੀਆਂ ਕਹਿ ਲਓ ਜਾਂ ਇਸ ਤਰ੍ਹਾਂ ਦੀ ਇੱਕ ਦ੍ਰਿਸ਼ਟੀ ਹੈ ਜਿਹੜੀ ਸੱਚ ਨੂੰ ਓਹਲੇ ਕਰਕੇ ਆਪਣੀ ਵਾਹਵਾ ਖੱਟਣੀ ਚਾਹੁੰਦੀ ਹੈ। ਜਦੋਂ ਗੁਰੂ ਨਾਨਕ ਦੇ ਦਰਬਾਰ ਦੀ ਗੱਲ ਆਉਂਦੀ ਹੈ ਤਾਂ ਸਾਨੂੰ ਇੰਨਾ ਹੀ ਅੱਜ ਤੱਕ ਇਤਿਹਾਸ ਦੇ ਵਿੱਚ ਪੜ੍ਹਾਇਆ ਗਿਆ ਜਾਂ ਅਸੀਂ ਜਾਣਦੇ ਹਾਂ ਕਿ ਭਾਈ ਲੱਖੀ ਰਾਏ ਵਣਜਾਰਾ ਜੀ ਨੇ ਆਪਣੀ ਕੁੱਲੀ ਦੇ ਵਿੱਚ ਸੰਸਕਾਰ ਕਰਤਾ ਪਰੰਤੂ ਉਹ ਜਿਵੇਂ ਆਪਾਂ ਪਿੱਛੇ ਜ਼ਿਕਰ ਕਰ ਰਹੇ ਹਾਂ ਕਿ ਬੜਾ ਵੱਡਾ ਸੰਗਠਨ ਸੀ ਉਹਨਾਂ ਦਾ ਔਰ ਕੋਈ ਉਹ ਇਤਫਾਕ ਨਹੀਂ ਸੀ ਉੱਥੇ ਸ਼ਹੀਦੀ ਵੇਲੇ ਉਹਨਾਂ ਦਾ ਮਿਲਣਾ। ਇਹ ਭਾਈ ਲੱਖੀ ਰਾਏ ਵਣਜਾਰਾ ਜੀ 10ਵੇਂ ਪਾਤਸ਼ਾਹ ਜਾਂ ਗੁਰੂ ਨਾਨਕ ਦਰਬਾਰ ਦੇ ਪਹਿਲਾਂ ਤੋਂ ਹੀ ਸਿੱਖ ਸੀਗੇ। ਜਦੋਂ 9ਵੇਂ ਪਾਤਸ਼ਾਹ ਮਾਲਵਾ ਦੌਰੇ 'ਤੇ ਆਏ ਤਾਂ ਜੋ ਪਟਿਆਲਾ ਦਾ ਜਿਹੜਾ ਤਕਰੀਬਨ ਦੌਰਾ ਸੀਗਾ ਇੱਥੇ ਭਾਈ ਲੱਖੀ ਰਾਏ ਵਣਜਾਰਾ ਜੀ ਦਾ ਇੱਕ ਬਲਦ ਬੜਾ ਪਿਆਰਾ ਬਲਦ ਹੋਣਾ ਜਿਹਨੂੰ ਕੋਈ ਲਗਾਵ ਕਰਦੇ ਹੋਣੇ ਆ ਬੜਾ ਤਾਂ ਉਹ ਗੁਆਚ ਗਿਆ ਜੀ। ਜਦੋਂ ਗੁਆਚਿਆ ਤਾਂ ਬਹੁਤ ਲੱਭਿਆ ਪਰ ਨਹੀਂ ਮਿਲਿਆ। ਫਿਰ ਭਾਈ ਲੱਖੀ ਰਾਏ ਵਣਜਾਰਾ ਜੀ ਨੇ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੇ ਵਿੱਚ ਅਰਦਾਸ ਕੀਤੀ। ਉਸ ਵਕਤ 9ਵੇਂ ਪਾਤਸ਼ਾਹ ਗੱਦੀ 'ਤੇ ਬਿਰਾਜਮਾਨ ਸੀ। ਉਹਨਾਂ ਨੇ ਅਰਦਾਸ ਕੀਤੀ ਕਿ ਮੇਰਾ ਇੰਨਾ ਪਿਆਰਾ ਬਲਦ ਹੈ ਮੈਨੂੰ ਮਿਲ ਜੇ ਤਾਂ ਮੈਂ ਜਿਵੇਂ ਇੱਕ ਕਿਸਮ ਦੀ ਸੁਖਨਾ ਜਿਵੇਂ ਅਰਦਾਸ ਕੀਤੀ। ਕੁਝ ਸਮੇਂ ਬਾਅਦ ਅਚਾਨਕ ਉਹ ਜਿਹੜਾ ਬਲਦ ਸੀ ਮਿਲ ਗਿਆ। ਜਦੋਂ ਮਿਲ ਗਿਆ ਤਾਂ ਗੁਰੂ ਘਰ ਦਾ ਸ਼ੁਕਰਾਨਾ ਕਰਨ ਦੇ ਲਈ ਭਾਈ ਲੱਖੀ ਰਾਏ ਵਣਜਾਰਾ ਉੱਥੋਂ ਚੱਲ ਪਏ। ਉਸ ਵਕਤ ਜਿਹੜੇ 9ਵੇਂ ਨਾਨਕ ਸੀਗੇ ਤਕਰੀਬਨ ਸਰਹੰਦ ਦੇ ਪਟਿਆਲੇ ਦੇ ਦਰਮਿਆਨ ਇੱਕ ਜੋ ਕਹਿ ਲਓ ਰਸਤਾ ਸੀ ਉੱਥੇ ਸੀ। ਜਦੋਂ ਗੁਰੂ ਸਾਹਿਬ ਦੇ ਦਰਸ਼ਨ ਹੋਏ ਬਾਬਾ ਲੱਖੀ ਰਾਏ ਵਣਜਾਰਾ ਜੀ ਨੂੰ ਤਾਂ ਉਹਨਾਂ ਨੇ ਆਪਣੇ ਕੋਲੋਂ 9 ਮਨਸੂਰੀ ਟਕੇ ਗੁਰੂ ਸਾਹਿਬ ਨੂੰ ਭੇਂਟ ਕਰ ਦਿੱਤੇ ਕਿ ਸਤਿਗੁਰੂ ਜੀ ਇਸ ਵਕਤ ਇੰਨੇ ਹੀ ਨੇ ਤਾਂ ਫਿਰ ਕਦੇ ਤੁਹਾਡੀ ਮਤਲਬ ਫਿਰ ਭੇਟਾ ਮਤਲਬ ਕਰਾਂਗੇ ਇਸ ਤਾਂ ਗੁਰੂ ਸਾਹਿਬ ਉਹਨਾਂ ਮਨਸੂਰੀ ਟਕਿਆਂ ਨੂੰ ਦੇਖ ਕੇ ਬੜੇ ਖੁਸ਼ ਹੋਏ ਅਤੇ ਔਰ ਉਸ ਵਕਤ ਕਿਹਾ ਕਿ ਇਹ ਲੱਖੀ ਰਾਏ ਜੀ ਇਹ 9 ਟਕੇ ਨਹੀਂ ਹੈ ਇਹ ਤਾਂ 9 ਲੱਖ ਦੇ
ਬਰਾਬਰ ਨੇ। ਜੀ ਤੁਹਾਡੇ ਵੱਲੋਂ ਜਿਹੜੀ ਇਹ ਭੇਟਾ ਦਿੱਤੀ ਗਈ 9 ਲੱਖ ਦੇ ਬਰਾਬਰ ਨੇ। ਤਾਂ ਉਸ 9 ਲੱਖ ਕਹਿਣ ਦੇ ਅਨੁਸਾਰ ਜਿਹੜਾ ਜੀ ਉੱਥੇ ਗੁਰੂ ਸਾਹਿਬ ਨੇ ਜੋ ਇਹ ਵਰ ਦਿੱਤਾ ਸੀਗਾ, ਤਾਂ 9 ਲੱਖ ਪਿੰਡ ਉੱਥੇ ਵਿਕਸਿਤ ਹੋਇਆ ਹੈ ਜੀ ਜੋ ਅੱਜ ਵੀ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਜੀ ਤਾਂ ਕਹਿਣ ਤੋਂ ਭਾਵ ਕੀ ਸੀ ਕਿ ਪਹਿਲਾਂ ਤੋਂ ਹੀ ਜਿਵੇਂ ਚੱਲਦੀ ਆ ਰਹੀ ਸੀ ਇਹ ਘਟਨਾ। ਜਦੋਂ ਤਰਨਤਾਰਨ ਸਾਹਿਬ ਤੋਂ ਗੁਰੂ ਸਾਹਿਬ ਨੂੰ ਗ੍ਰਿਫਤਾਰ ਕੀਤਾ, ਉਸ ਵਕਤ ਭਾਈ ਲੱਖੀ ਰਾਏ ਵਣਜਾਰਾ ਜੀ ਦੇ ਜਿਹੜੇ ਭਰਾਤਾ ਸੀਗੇ ਭਾਈ ਗੁਰਦਾਸ ਜੀ, ਉਹ ਵੀ ਨਾਲ ਸੀ। ਜਦੋਂ ਇਹ ਘਟਨਾ ਅਣਹੋਣੀ ਘਟਨਾ ਵਾਪਰ ਗਈ ਸ਼ਹੀਦੀ ਦੀ, ਤਾਂ ਉਸ ਵਕਤ ਜਿਹੜੇ ਭਾਈ ਲੱਖੀ ਰਾਏ ਵਣਜਾਰਾ ਸੀ ਉਹ ਨਾਰਨੌਲ ਗਏ ਹੋਏ, ਵਿਦੇਸ਼ ਮਤਲਬ ਬਾਹਰ ਗਏ ਹੋਏ ਸੀਗੇ, ਚੂਨਾ ਲੈ ਕੇ ਆ ਰਹੇ ਸੀਗੇ। ਜਦੋਂ ਸੰਗਤਾਂ ਨੇ ਦੱਸਿਆ ਕਿ ਇਸ ਤਰ੍ਹਾਂ ਘਟਨਾ ਸ਼ਹੀਦੀ ਕਰਨ ਵਾਪਰ ਚੁੱਕਾ ਹੈ, ਤਾਂ ਰਾਤ ਨੂੰ ਵਿਚਾਰ ਚਰਚਾ ਹੋਈ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਦੇ ਧੜ ਨੂੰ ਉੱਥੋਂ ਚੱਕਿਆ ਜਾਵੇ। ਫਿਰ ਇਹ ਵਿਚਾਰ ਕਰਨ ਤੋਂ ਬਾਅਦ ਜਦੋਂ ਪਤਾ ਲੱਗਿਆ ਕਿ ਉੱਥੇ ਬਹੁਤ ਜ਼ਿਆਦਾ ਪਹਿਰਾ ਹੈ, ਮਤਲਬ ਫੌਜ ਕਾਫੀ ਸੀ, ਤਾਂ ਸੋਚ ਵਿਚਾਰ ਕੀਤੀ ਕਿ ਸਾਰੇ ਦਾ ਸਾਰਾ ਜੋ ਕਾਫਲਾ ਸੀ 15-20 ਹਜ਼ਾਰ 40 ਹਜ਼ਾਰ ਗੱਡਿਆਂ ਦਾ, ਤਾਂ ਉੱਥੋਂ ਲੰਘਾਇਆ ਜਾਵੇ। ਜਦੋਂ ਇਸੇ ਤਰ੍ਹਾਂ ਹੀ ਹੋਇਆ, ਜਦੋਂ ਉੱਥੋਂ ਲੰਘਾਇਆ ਤਾਂ ਜੋ ਗੱਡੇ ਸੀ ਚੂਨੇ ਦੇ ਭਰੇ ਹੋਏ ਸੀਗੇ, ਕੁਛ ਮਤਲਬ ਉੱਥੋਂ ਕੱਚੀ ਮਿੱਟੀ ਹੋਣ, ਸੜਕ ਕੱਚੀ ਹੋਣ ਦੇ ਕਾਰਨ ਜੋ ਮਤਲਬ ਇੱਕ ਗੁਬਾਰ ਪੈਦਾ ਹੋ ਗਿਆ। ਤਾਂ ਜਿਹੜੇ ਉੱਥੇ ਡਿਊਟੀ ਦੇ ਰਹੇ ਸੀ ਫੌਜੀ ਸਿਪਾਹੀ, ਤਾਂ ਉਹ ਉਸ ਮਤਲਬ ਉਹਨਾਂ ਦੇ ਅੱਖਾਂ ਤੋਂ ਓਝਲ ਹੋ ਗਿਆ ਇਹਨਾਂ ਨੂੰ, ਕਿਉਂਕਿ ਉਹਨਾਂ ਨੇ ਸਾਰੀ ਵਿਲ ਪਲਾਨ ਸੀਗਾ। ਤਾਂ ਜਿਹੜਾ ਗੁਰੂ ਸਾਹਿਬ ਦਾ ਜਿਹੜਾ ਮਤਲਬ ਧੜ ਸੀਗਾ ਔਰ ਸੀਸ ਸੀਗਾ, ਸੀਸ ਭਾਈ ਜੈਤਾ ਜੀ ਦੇ ਸਪੁਰਦ ਕਰ ਦਿੱਤਾ 3-4 ਸਿੱਖਾਂ ਦੇ, ਤੇ ਜੋ ਧੜ ਸੀਗਾ ਆਪਣੇ ਰੂਹਾਂ ਵਾਲੇ ਗੱਡੇ ਦੇ ਵਿੱਚ ਲੈ ਕੇ ਆਪਣੇ ਘਰ ਦੇ ਵਿੱਚ ਚਲੇ ਗਏ। ਤਾਂ ਉੱਥੇ ਕੀ ਸੀ, ਉਹਨਾਂ ਦਾ ਜੋ ਘਰ ਸੀਗਾ ਉਹ ਪਹਿਲਾਂ ਹੀ ਵੈਲ ਪਲਾਨ ਕਰਕੇ ਉਹਨਾਂ ਨੇ ਤਿਆਰ ਕਰ ਰੱਖਿਆ ਸੀਗਾ। ਜੋ ਜ਼ਿਆਦਾ ਜਲਨਸ਼ੀਲ ਚੀਜ਼ਾਂ ਸੀਗੀਆਂ ਜਾਂ ਘਿਓ ਵਗੈਰਾ ਉਹਨਾਂ ਨੇ ਪਹਿਲਾਂ ਹੀ ਤਿਆਰ ਕਰ ਰੱਖਿਆ ਸੀ। ਤਾਂ ਉੱਥੇ ਉਹਨਾਂ ਨੇ ਗੁਰੂ ਸਾਹਿਬ ਦੇ ਇਸ਼ਨਾਨ ਕਰਾਇਆ, ਧੜ ਨੂੰ ਇਸ਼ਨਾਨ ਕਰਾਉਣ ਤੋਂ ਬਾਅਦ ਉਸ ਚੀਜ਼ ਨੂੰ ਗੁਰੂ ਸਾਹਿਬ ਦੇ ਧੜ ਨੂੰ ਸੰਸਕਾਰ ਕਰ ਦਿੱਤਾ। ਔਰ ਜਦੋਂ ਉਹ ਲੰਘਿਆ, ਜਦੋਂ ਪਤਾ ਲੱਗਿਆ ਮੁਗਲਾਂ ਨੂੰ ਕਿ ਤਾਂ ਧੜ ਇੱਥੋਂ ਗਾਇਬ ਹੋ ਗਿਆ, ਤਾਂ ਉੱਥੇ ਕੋਈ ਹੋਰ ਤਾਂ ਆਇਆ ਨਹੀਂ ਸੀ ਜੀ। ਤਾਂ ਜਿਹੜੀ ਸ਼ੱਕ ਦੀ ਸੂਈ ਸੀ ਵਣਜਾਰਿਆਂ ਤੇ ਪਹੁੰਚੀ। ਜਦੋਂ ਵਣਜਾਰਿਆਂ ਤੇ ਪਹੁੰਚੀ ਤਾਂ ਉਹਨਾਂ ਨੇ ਵਣਜਾਰਿਆਂ ਸੈਨਾਂ ਨੂੰ ਘੇਰ ਲਿਆ ਕਿ ਇਹਨਾਂ ਕੋਲੇ ਹੋਣਾ ਜੀ। ਜਦੋਂ ਤਲਾਸ਼ੀ ਕਾਫੀ ਲੈਤੀ ਗਈ, ਬੜੇ ਡਰਾਵੇ ਦਿੱਤੇ ਗਏ, ਉਹਨਾਂ ਨੂੰ ਫੜ ਕੇ ਲੈ ਗਏ। ਤਾਂ ਜਦੋਂ ਤਲਾਸ਼ੀ ਕੀਤੀ ਤਾਂ ਉੱਥੇ ਮਤਲਬ ਕੁਛ ਨਹੀਂ ਮਿਲਿਆ ਸੀਗਾ। ਬਾਬਾ ਲੱਖੀ ਰਾਏ ਵਣਜਾਰਾ ਜੀ ਤੋਂ ਪੁੱਛਣ ਦਾ ਹੀਆ ਨਾ ਮਿਲਿਆ, ਕਿਉਂਕਿ ਉਹਨਾਂ ਨੇ ਆਪਣੇ ਘਰ ਨੂੰ ਜੀ ਸਮੇਤ ਗੁਰੂ ਸਾਹਿਬ ਦੇ ਧੜ ਦੇ ਘਰ ਨੂੰ ਮਤਲਬ ਅੱਗ ਲਾ ਦਿੱਤੀ ਸੀ। ਜਦੋਂ ਕੁਛ ਨਾ ਮਿਲਿਆ ਤਾਂ ਮਤਲਬ ਇੱਕ ਅਚਾਨਕ ਇਹ ਇਸ ਤਰ੍ਹਾਂ ਕਰਾਮਾਤਾਂ, ਕਿਉਂਕਿ ਇਸਲਾਮ ਦੇ ਵਿੱਚ ਵੀ ਕਰਾਮਾਤਾਂ ਕਾਫੀ ਮੰਨਿਆ ਜਾਂਦਾ ਹੈ ਕਿ ਇਹ ਇੱਕ ਕਰੋਪੀ ਸੀਗੀ, ਗੁਰੂ ਸਾਹਿਬ ਖੁਦਾ ਦੇ ਰਹਿਬਰ ਸੀਗੇ, ਉਹ ਮਤਲਬ ਉੱਡ ਗਏ ਜੀ। ਤਾਂ ਉਸ ਤੋਂ ਬਾਅਦ ਜਦੋਂ ਸੰਸਕਾਰ ਕੀਤਾ, ਸੰਸਕਾਰ ਕਰਨ ਤੋਂ ਬਾਅਦ ਤੀਜੇ ਦਿਨ ਗੁਰੂ ਸਾਹਿਬ ਦੀਆਂ ਜਿਹੜੀ ਫੁੱਲਾਂ ਦੀ ਰਸਮ ਸੀ ਅਸਤੀਆਂ ਦੀ, ਉਹਨਾਂ ਨੂੰ ਇਕੱਠਾ ਕੀਤਾ ਗਿਆ ਗੀਠਾ ਸਾਹਿਬ ਨੂੰ ਪਿੱਤਲ ਦੇ ਗਾਗਰ ਦੇ ਵਿੱਚ ਪਾ ਕੇ ਉੱਥੇ ਹੀ ਦੱਬ ਦਿੱਤਾ ਗਿਆ। ਉਸ ਤੇ ਬਾਅਦ ਦੇ ਵਿੱਚ ਉੱਥੇ ਮਸੀਤ ਬਣਾ ਰੱਖੀ ਸੀ। ਜਦੋਂ ਬਾਬਾ ਬਘੇਲ ਸਿੰਘ ਨੇ ਦਿੱਲੀ ਫਤਿਹ ਕੀਤੀ ਸਾਰਾ, ਤਾਂ ਉੱਥੇ ਜਿਹੜੇ ਭਾਈ ਲੱਖੀ ਰਾਏ ਵਣਜਾਰਾ ਜੀ ਦੇ ਪਰਿਵਾਰ ਸੀਗੇ, ਉਹਨਾਂ ਨੇ ਦੱਸਿਆ ਸੀ ਕਿ ਇੱਥੇ ਜੋ ਮਸੀਤ ਬਣੀ ਹੋਈ ਅੱਜ ਮੌਜੂਦਾ, ਤਾਂ ਇੱਥੇ ਕਿਸੇ ਸਮੇਂ ਗੁਰੂ ਸਾਹਿਬ ਦਾ ਸੰਸਕਾਰ ਕੀਤਾ ਸੀ। ਉਹ ਸਾਰੇ ਬਜ਼ੁਰਗਾਂ ਨੇ ਇੱਥੇ ਗੁਰੂ ਸਾਹਿਬ ਦਾ ਅੰਗੀਠਾ ਸਾਹਿਬ ਸਾਂਭਿਆ ਸੀ। ਤਾਂ ਉੱਥੇ ਫੈਸਲਾ ਹੋਇਆ ਕਿ ਮਸੀਤ ਨੂੰ ਤੋੜੀ ਜਾਵੇ, ਕਿਉਂਕਿ ਜਿਹੜਾ ਰਾਜ ਸੀਗਾ ਰਾਜ ਮੁਗਲਾਂ ਦਾ ਸੀ। ਇਸ ਕਰਕੇ ਉਹਨਾਂ ਨੂੰ ਬੜੀ ਖਿੱਚੋਤਾਣ ਹੋ ਗਈ। ਤਾਂ ਫੈਸਲਾ ਹੋਇਆ ਵੀ ਜੇਕਰ ਇਹ ਕਿਰਾ ਮਸੀਤ ਤੋੜੀ ਜਾਵੇਗੀ, ਜੇ ਤੋਂ ਗੁਰੂ ਸਾਹਿਬ ਦਾ ਅੰਗੀਠਾ ਨਿਕਲਦਾ ਤਾਂ ਗੁਰਦੁਆਰਾ ਸਾਹਿਬ ਬਣੂਗਾ, ਅਗਰ ਨਹੀਂ ਬਣਦਾ ਤਾਂ ਸਿੱਖ ਪੰਥ ਆਪਣੇ ਦਸਵੰਧਾਂ ਦੇ ਨਾਲ ਇੱਥੇ ਮਸੀਤ ਦੁਬਾਰੇ ਬਣਾਊਗਾ। ਇਸ ਤਰ੍ਹਾਂ ਹੋਈ। ਜਦੋਂ ਮਤਲਬ ਪੱਟਿਆ ਗਿਆ, ਥੱਲੋਂ ਅੰਗੀਠਾ ਸਾਹਿਬ ਨਿਕਲਿਆ, ਤਾਂ ਉੱਥੇ ਮਤਲਬ ਗੁਰਦੁਆਰਾ ਸਾਹਿਬ ਬਣਾਇਆ ਗਿਆ, ਜਿਹਨੂੰ ਗੁਰਦੁਆਰਾ ਰਕਾਬਗੰਜ ਦਾ ਨਾਮ ਦਿੱਤਾ ਗਿਆ ਜੀ। ਤਾਂ ਇਹ ਗੁਰੂ ਸਾਹਿਬ ਦੇ ਇਹ ਵੀ ਅੱਗੇ ਚੱਲ ਕੇ ਆਉਂਦਾ ਵੀ ਜਿਹੜੀ ਮਤਲਬ ਪ੍ਰੋਪਰਟੀ ਹੈਗੀ ਉਹ ਜਿਹਦੇ ਵਿੱਚ ਪਾਰਲੀਮੈਂਟ ਹਾਊਸ ਹੈ, ਗਵਰਨਰ ਹਾਊਸ ਹੈ, ਜਾਂ ਉਹ ਆਲਾ ਦੁਆਲਾ ਹੈਗਾ, ਉਹ ਸਾਰਾ ਸਿੱਖ ਕੌਮ ਦੇ ਨਾਂ ਸੀਗਾ। ਉਹ ਸਾਰੀ ਪ੍ਰੋਪਰਟੀ ਕਹਿੰਦੇ ਵੀ ਲੱਖੀ ਸਾਹਿਬ ਵਣਜਾਰੇ ਦੀ ਸੀ, ਔਰ ਉਹ ਗੁਰੂ ਘਰ ਦੇ ਨਾਮ ਹੋ ਗਈ ਸੀਗੀ ਉਸ ਸਮੇਂ, ਜਿਹਦੇ ਵਿੱਚ ਅੱਜ ਕੱਲ੍ਹ ਸਾਡਾ ਰਾਸ਼ਟਰਪਤੀ ਭਵਨ ਆ, ਜਾਂ ਜਿਹਦੇ ਵਿੱਚ ਪਾਰਲੀਮੈਂਟ ਹਾਊਸ ਬਣਿਆ ਹੋਇਆ ਹੈਗਾ, ਜਾਂ ਜਿਹੜੀਆਂ ਇਹ ਕੋਠੀਆਂ ਕਾਠੀਆਂ ਨੇ ਉੱਥੇ ਅੱਜ ਕੱਲ੍ਹ MP ਵਗੈਰਾ ਦੀਆਂ, ਇਹ ਸਾਰੀ ਜਗ੍ਹਾ ਪਿਛਲੇ ਸਮੇਂ ਤੱਕ ਇਹ ਗੱਲ ਚੱਲਦੀ ਰਹੀ ਹੈਗੀ। ਜਦੋਂ ਪਰਮਜੀਤ ਸਿੰਘ ਸਰਨਾ ਪ੍ਰਧਾਨ ਹੁੰਦਾ ਸੀਗਾ ਦਿੱਲੀ ਕਮੇਟੀ ਦਾ, ਉਦੋਂ ਦੱਸਦੇ ਆ ਵੀ ਕੋਈ ਇਹਨਾਂ ਨੇ ਫਿਰ ਲਿਖ ਲੁੱਖ ਕੇ ਦਿੱਤਾ। ਉਦੋਂ ਬਾਅਦ ਉਦੋਂ ਤੱਕ ਉਹ ਸਿੱਖਾਂ ਦੇ ਨਾਮ, ਸਿੱਖ ਧਰਮ ਦੇ ਨਾਮ, ਗੁਰੂ ਸਾਹਿਬਾਨ ਦੇ ਨਾਮ ਹੀ ਬੋਲਦੀ ਰਹੀ ਉਹ ਸਾਰੀ ਜ਼ਮੀਨ।
ਕਿਉਂਕਿ ਉਹ ਪਿੰਡ ਦਾ ਨਾਮ ਰਾਏ ਸੀਨਾ ਸੀ ਜੀ। ਹਾਂ, ਇਹ ਸਾਰੇ ਦਾ ਇਹਨਾਂ ਸਾਰਾ ਦਾ ਜਿਹੜਾ ਸਭ ਨਾਮ ਜਿਵੇਂ ਲੱਖੀ ਰਾਏ ਵਣਜਾਰਾ, ਜੀ, ਜੀ। ਰਾਏ ਮਤਲਬ ਜਿਵੇਂ ਆਪਾਂ ਸਿੰਘ ਕਹਿ ਲਓ, ਜੀ ਜੀ ਸਿੰਘੂ ਬਾਰਡਰ ਜਿਵੇਂ ਅੱਜ ਕੱਲ੍ਹ ਦੀ ਗੱਲ ਚੱਲਦੀ ਹੈ ਕਿ ਮਤਲਬ ਉਹ ਜਿਹੜਾ ਉਹ ਸੀਗਾ ਨਾ ਰਾਏ ਸੀਨਾ, ਇਹਨਾਂ ਦਾ ਰਾਏ ਦਾ ਪਿੰਡ ਸੀਗਾ। ਇਹਨਾਂ ਦਾ ਮਤਲਬ ਪ੍ਰਾਪਰਟੀ ਇਹਨਾਂ ਦੀ ਸੀ। ਇਹ ਤਾਂ ਮਤਲਬ ਸਾਡੀ ਜੋ ਸੰਸਥਾਵਾਂ ਨੇ ਉਹਨਾਂ ਦੀ ਬੇਵਕੂਫੀ ਹੈ ਕਿ ਅਸੀਂ ਆਪਣੇ ਸਥਾਨ ਨੇ ਜਿਹੜੀਆਂ ਆਪਣੀਆਂ ਪ੍ਰਾਪਰਟੀਆਂ ਨੂੰ ਆਇਡੈਂਟੀਫਾਈ ਨਹੀਂ ਕਰ ਸਕੇ ਜੀ। ਜੀ। ਤੇ ਉਹਨਾਂ ਨੇ ਤਾਂ ਮਤਲਬ ਬੜਾ ਕੁਝ ਸਾਡੇ ਸਮਾਜ ਨੂੰ ਦਿੱਤਾ ਜੀ। ਜੀ ਅੱਗੇ ਚੱਲਦੇ ਜੀ, ਇਹਨਾਂ ਦੇ ਪਰਿਵਾਰ ਦਾ ਜਿਹੜਾ ਅਗਲੀਆਂ ਪੀੜ੍ਹੀਆਂ ਨੇਗੀਆਂ ਹੋਰ ਗੁਰੂ ਘਰ ਦੇ ਨਾਲ ਉਹਨਾਂ ਦਾ ਵੀ ਕਾਫੀ ਜ਼ਿਕਰ ਆਉਂਦਾ, ਜਿਸ ਤਰ੍ਹਾਂ ਤੁਸੀਂ ਦੱਸਿਆ। ਹਾਲਾਂਕਿ ਉਹ ਇੰਨਾ ਇਤਿਹਾਸ ਦੇ ਵਿੱਚ ਜ਼ਿਕਰ ਉਸ ਤਰ੍ਹਾਂ ਦਾ ਨਹੀਂ ਹੋ ਸਕਿਆ, ਪਰ ਕਹਿੰਦੇ ਆ ਵੀ ਉਸ ਤੋਂ ਬਾਅਦ ਵੀ ਇਕੱਲੀ ਲੱਖੀ ਸਾਹਿਬ ਵਣਜਾਰਾ ਤੱਕ ਗੱਲ ਸੀਮਿਤ ਨਹੀਂ ਰਹੀ। ਉਸ ਤੋਂ ਬਾਅਦ ਵੀ 10ਵੇਂ ਪਾਤਸ਼ਾਹ ਦੇ ਨਾਲ ਵੀ ਆ ਕੇ ਫਿਰ ਬਹੁਤ ਸਾਰੀ ਸੈਨਾ ਵੀ ਇਹਨਾਂ ਦੀ ਜਾਂ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਜੰਗਾਂ ਯੁੱਧਾਂ ਦੇ ਵਿੱਚ ਸਾਥ ਦਿੱਤਾ, ਸ਼ਹਾਦਤਾਂ ਪ੍ਰਾਪਤ ਕੀਤੀਆਂ ਨੇਗੀਆਂ। ਉਹਦੇ ਬਾਰੇ ਵੀ ਅਗਲਾ ਜਿਹੜਾ ਹੈ ਇਹਨਾਂ ਦੇ ਜਿਹੜੇ ਵਾਰਸ ਸੀ ਉਹ ਕਿਵੇਂ ਗੁਰੂ ਘਰ ਨਾਲ ਜੁੜੇ ਰਹੇ। ਹਾਂ, ਇਹ ਗੱਲ ਵੀ ਬੜੀ ਰੌਚਕ ਹੈ ਜੀ। ਇਕੱਲੇ ਬਾਬਾ ਲੱਖੀ ਰਾਏ ਵਣਜਾਰਾ ਹੀ ਨਹੀਂ ਗੁਰੂ ਮਿਸ਼ਨ ਦੇ ਨਾਲ ਜੁੜੇ ਹੋਏ ਸੀ। ਇਹਨਾਂ ਦਾ ਪੂਰਾ ਪਰਿਵਾਰ ਹੀ ਇਸ ਮਿਸ਼ਨ ਦੇ ਨਾਲ ਜੁੜਿਆ ਹੋਇਆ ਸੀ। ਬਾਬਾ ਲੱਖੀ ਰਾਏ ਵਣਜਾਰਾ ਦੇ 8 ਪੁੱਤਰ ਸੀਗੇ ਔਰ 1 ਪੁੱਤਰੀ ਸੀ। ਜੋ ਸਪੁੱਤਰੀ ਸੀ ਬੀਬੀ ਸੀਤੋ ਜੀ, ਉਹ ਭਾਈ ਲੱਖੀ ਰਾਏ ਭਾਈ ਮਨੀ ਸਿੰਘ ਜੀ ਨੂੰ ਵਿਆਹੀ ਹੋਈ ਸੀਗੀ, ਜਿਨ੍ਹਾਂ ਦਾ ਮਤਲਬ ਮੀਰ ਮੰਨੂ ਦੇ ਜ਼ੁਲਮ ਜਦੋਂ ਬੰਦ ਕੱਟੇ, ਹਾਂਜੀ, ਜਦੋਂ ਟੋਟੇ ਕੀਤੇ ਨੇ ਜੀ ਬੱਚਿਆਂ ਦੇ, ਜਦੋਂ ਤਾਂ ਉਹ ਜਦੋਂ ਕੈਦ ਦੇ ਵਿੱਚ ਰੱਖਿਆ ਗਿਆ ਸੀ ਤਾਂ ਬੀਬੀ ਸੀਤੋ ਉਹਨਾਂ ਸਿੰਘਣੀਆਂ ਦੀ ਮੁਖੀ ਜਥੇਦਾਰਨੀ ਸੀ ਜੀ। ਤਾਂ ਉਹਨਾਂ ਦੀ ਵੀ ਸ਼ਹਾਦਤ ਹੋਈ, ਉਹਨਾਂ ਦੇ ਪੋਤੇ ਦੀ ਵੀ ਹੋਈ। ਤਾਂ ਜੇ 8 ਪੁੱਤਰਾਂ ਦੇ ਵਿੱਚੋਂ ਮੁੱਲਾਪੁਰ ਕੋਲੇ ਜਗ੍ਹਾ ਜਿੱਥੇ ਕੈਦ ਰੱਖਿਆ ਗਿਆ ਸੀ ਉਹਨਾਂ ਨੂੰ, ਸ਼ਾਇਦ ਉਹ ਜਗ੍ਹਾ ਗੁਰੂ ਘਰ ਵੀ ਹੈ ਜੀ, ਮੁੱਲਾਪੁਰ ਦੇ ਨਜ਼ਦੀਕ ਆ ਕਿਤੇ। ਹਾਂਜੀ। ਤਾਂ ਬਾਬਾ ਲੱਖੀ ਰਾਏ ਵਣਜਾਰਾ ਜੀ ਤੋਂ ਬਾਅਦ ਜਿਹੜੀ ਉਹਨਾਂ ਦੀ ਪੁੱਤਰੀ ਸੀਗੀ, ਪੁੱਤਰੀ ਵੀ ਕੌਮ ਦੇ ਲਈ ਸ਼ਹੀਦ ਹੋਈ। ਫਿਰ ਇਹਨਾਂ ਦੇ 8 ਸੁਪੁੱਤਰ ਸੀਗੇ ਜੀ, ਜਿਵੇਂ ਭਾਈ ਨਗਾਈਆ ਜੀ, ਹੇਮਾ, ਹਾੜੂ, ਕੁੰਡਰਾ, ਸੀਤੂ। ਇਹ ਸਾਰੇ ਦੇ ਸਾਰੇ ਜਿਹੜੇ 7 ਪੁੱਤਰ ਸੀਗੇ। ਵੈਸੇ 8 ਸੀਗੇ, ਇੱਕ ਦਾ ਜ਼ਿਕਰ ਨਹੀਂ ਮਿਲਦਾ। 7 ਅੰਮ੍ਰਿਤ ਗੁਰੂ ਸਾਹਿਬ ਤੋਂ ਇਹਨਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਔਰ 7 ਦੇ 7 ਸ਼ਹੀਦ ਹੋਏ। ਜਿਹੜੇ ਭਾਈ ਨਗਾਈਆ ਜੀ ਸੀਗੇ, ਉਸ ਵਕਤ ਜਦੋਂ ਗੱਡੇ ਦੇ ਉੱਪਰ ਗੁਰੂ ਸਾਹਿਬ ਦਾ ਧੜ ਲੈ ਕੇ ਗਏ, ਜਿਸ ਦਾ ਜ਼ਿਕਰ ਭੱਟਵਈਆਂ ਵਿੱਚ ਮਿਲਦਾ ਹੈ, ਚਲਾ ਚਲਾਈ ਹੋ ਰਹੀ ਗੜ ਗੜ ਉਖਰੇ ਮੇਖ, ਲੱਖੀ ਨਗਾਈਆ ਲੈ ਚਲੇ ਤੂੰ ਖਰਾ ਤਮਾਸ਼ਾ ਦੇਖ। ਤਾਂ ਭਾਈ ਨਗਾਈਆ ਜੀ, ਹੇਮਾ, ਹਾੜੂ, ਇਹਨਾਂ ਨੇ ਗੁਰੂ ਸਾਹਿਬ ਦਾ ਧੜ ਨੂੰ ਸੰਸਕਾਰ ਕੀਤਾ। ਔਰ ਜਦੋਂ ਗੁਰੂ ਸਾਹਿਬ ਦੀ ਸ਼ਹਾਦਤ ਹੁੰਦੀ ਹੈ, ਗੁਰੂ ਸਾਹਿਬ ਇਸ ਦੁਨੀਆ ਤੋਂ ਚਲੇ ਜਾਂਦੇ ਨੇ, ਸਿੱਖਾਂ ਦਾ ਜਿਹੜਾ ਕੇਂਦਰੀ ਸਥਾਨ ਹੈ ਅੰਮ੍ਰਿਤਸਰ ਸਾਹਿਬ, ਉੱਤੇ ਭਾਈ ਮਨੀ ਸਿੰਘ ਸੇਵਾਦਾਰ ਉਦੋਂ ਲੰਘਦੇ ਨੇ। ਤਾਂ ਇਹ 1609 ਈਸਵੀ ਦੀ ਗੱਲ ਹੈ ਕਿ ਅੰਮ੍ਰਿਤਸਰ ਦੀ ਲੜਾਈ ਹੁੰਦੀ ਹੈ। ਜਿਹੜੇ ਚੂੜਮੱਲ ਸੀਗੇ, ਚੂੜਮੱਲ ਦਾ ਪੁੱਤਰ ਸੀ ਕਰਾਮਮੱਲ ਸੀ, ਉਹਨਾਂ ਨੇ ਸ਼ਹਿਤੂਤਾਂ ਦੇ ਦਰਖਤ ਜੋ ਲਾ ਰੱਖੇ ਸੀਗੇ, ਉਹ ਸ਼ਹਿਤੂਤਾਂ ਦੇ ਦਰਖਤਾਂ ਦੀ ਗੱਲ ਕੀ ਸੀ ਕਿ ਜਿਹੜਾ ਸਿੱਖ ਸੀਗੇ ਉਸ ਵਕਤ ਅੰਮ੍ਰਿਤਸਰ ਦੇ ਏਰੀਏ 'ਚੋਂ ਟੈਕਸ ਇਕੱਠਾ ਕਰ ਰਹੇ ਸੀਗੇ। ਤਾਂ ਉਹ ਜਿਹੜਾ ਚੂੜਮੱਲ ਸੀਗਾ, ਉਹਨਾਂ ਨੇ ਸ਼ਹਿਤੂਤਾਂ ਦੇ ਦਰਖਤ ਵੇਚ ਕੇ ਪੈਸੇ ਨਹੀਂ ਦੇ ਰਹੇ ਸੀਗੇ। ਤਾਂ ਉੱਥੇ ਉਹਨਾਂ ਦੀ ਲੜਾਈ ਹੋ ਗਈ। ਉਸ ਲੜਾਈ ਦੇ ਵਿੱਚ ਬਾਬਾ ਲੱਖੀ ਰਾਏ ਵਣਜਾਰਾ ਜੀ ਦੇ ਜਿਹੜੇ ਸੁਪੁੱਤਰ ਜੇਠਾ ਪੁੱਤਰ ਸੀਗੇ ਭਾਈ ਨਗਾਈਆ ਜੀ, ਉਹ ਲੜਦੇ ਸ਼ਹਾਦਤ ਨੂੰ ਪ੍ਰਾਪਤ ਹੋਏ। ਅਤੇ ਉਸ ਤੋਂ ਬਾਅਦ ਭਾਈ ਜਵਾਹਰ ਸਿੰਘ ਸੀਗੇ, ਜਿਹੜੇ ਭਾਈ ਜਵਾਹਰ ਸਿੰਘ ਕਿਲ੍ਹਾ ਆਨੰਦਗੜ੍ਹ ਜਦੋਂ ਅਤੇ ਉਹਨਾਂ ਨੇ ਪਹਾੜੀ ਰਾਜ ਤਾਂ ਕਿ ਉਹ ਹਿੰਦੂ ਰਾਜ ਹੀ ਸੀ ਇੱਕ ਕਿਸਮ ਦੇ, ਕਿਉਂਕਿ ਅਸੀਂ ਮਤਲਬ ਸਿੱਧਾ ਹਿੰਦੂਵਾਦੀ ਨਹੀਂ ਬੋਲਣਾ ਚਾਹੁੰਦੇ। ਇਹ ਵੀ ਇੱਕ ਇਤਿਹਾਸ ਦਾ ਕਤਲ ਹੈ ਕਿ ਜਦੋਂ ਮੁਗਲ ਹਮਲਾ ਕਰਦੇ ਨੇ ਤਾਂ ਅਸੀਂ ਮੁਸਲਮਾਨ ਸ਼ਾਸਕ ਕਹਿੰਦੇ ਹਾਂ, ਅਤੇ ਜਦੋਂ ਇੱਧਰ ਹਿੰਦੁਸਤਾਨ ਦੇ ਜਿਹੜੇ ਬਾਈ ਧਾਰ ਦੇ ਰਾਜੇ ਕਹਿੰਦੇ, ਹਾਂਜੀ, ਇਹ ਵੀ ਸਾਡੀ ਦੋਗਲੀ ਨੀਤੀ ਹੈ ਕਿ ਜਦੋਂ ਉਹਨਾਂ ਨੇ ਹਿੰਦੂ ਰਾਜਿਆਂ ਨੇ ਹਮਲਾ ਕੀਤਾ ਸੀਗਾ ਤਾਂ ਉੱਥੇ ਉਹਨਾਂ ਦੇ ਮਤਲਬ ਤਕਰੀਬਨ ਅਲੱਗ-ਅਲੱਗ ਲੜਾਈਆਂ ਦੇ ਵਿੱਚ 3-4 ਪੁੱਤਰ ਸ਼ਹੀਦ ਹੋਏ ਨੇ, ਜਿਨ੍ਹਾਂ ਦਾ ਜ਼ਿਕਰ ਬਕਾਇਦਾ ਇਤਿਹਾਸ ਦੇ ਵਿੱਚ ਲਿਖਿਆ ਹੋਇਆ। ਤਾਂ ਇਹ ਮੈਂ ਆਪਣੀ ਉਸ ਕਿਤਾਬ ਦੇ ਵਿੱਚ ਵੀ ਜ਼ਿਕਰ ਕੀਤਾ, ਜਿਹੜੀ ਮੈਂ ਮਤਲਬ ਲਿਖੀ ਹੋਈ ਹੈ। ਤਾਂ ਕਹਿਣ ਤੋਂ ਭਾਵ ਕੀ ਹੈ ਕਿ ਇਕੱਲੇ ਬਾਬਾ ਲੱਖੀ ਰਾਏ ਵਣਜਾਰਾ ਜੀ ਨਹੀਂ ਹੀ, ਇਹਨਾਂ ਦਾ ਪੂਰਾ ਪਰਿਵਾਰ, ਅੱਗੇ ਪੋਤਰੇ ਜੋ ਭਾਈ ਮਨੀ ਸਿੰਘ ਜੀ ਦੇ ਮਤਲਬ ਪੁੱਤਰ ਸੀਗੇ, ਦੋਹਤਰੇ ਜਿਹੜੇ ਲੱਗਦੇ ਨੇ, ਤਾਂ ਉਹ ਵੀ ਸ਼ਹਾਦਤਾਂ ਦਾ ਜਾਮ ਪੀਤਾ ਹੈ। ਅਤੇ ਇਹਨਾਂ ਗੁਰੂ ਦਰਬਾਰ ਦੇ ਨਾਲ ਹੀ ਲਗਾਵ ਜਿਹੜਾ ਸੀਗਾ
ਜਿਹੜਾ ਲਗਾਵ ਦਾ ਨਤੀਜਾ ਕੀ ਮਿਲਿਆ। ਨਤੀਜਾ ਜਿਵੇਂ ਇੰਨਾ ਵੱਡਾ ਜਿਹੜਾ ਸਲਤਨਤ, ਇੰਨੇ ਵਪਾਰਕ ਸੰਗਠਨ ਦਾ ਜਿਹੜੇ ਮਾਲਕ ਸੀਗੇ, ਔਰ ਅੱਜ ਉਹ ਸਮਾਜ ਕਹਿ ਲਓ ਜਾਂ ਉਹ ਕਿੱਧਰ ਨੂੰ ਗਿਆ। ਤਾਂ ਇਹ ਵੀ ਇੱਕ ਸੋਚਣ ਦਾ ਵਿਸ਼ਾ ਬਣ ਜਾਂਦਾ ਹੈ। ਉਸ ਵਕਤ ਕੀ ਹੋਇਆ ਕਿ ਜਦੋਂ ਮੁਗਲਾਂ ਤੋਂ ਬਾਅਦ ਜਿਹੜੇ ਅੰਗਰੇਜ਼ ਔਰ ਮੁਗਲਾਂ ਦੇ ਦਰਮਿਆਨ ਦਾ ਜਿਹੜਾ ਫਾਸਲਾ ਸੀਗਾ, ਉਹਦੇ ਵਿੱਚ ਕੀ ਜਦੋਂ ਦੇਖਿਆ ਕਿ ਇਹ ਸੰਘਰਸ਼ ਹੈ, ਜਿਹੜਾ ਸਿੱਖ ਧਰਮ ਦਾ ਸੰਘਰਸ਼ ਹੈ, ਇਹਨੂੰ ਕੌਣ ਚਲਾ ਰਿਹਾ ਹੈਗਾ। ਕਿਉਂਕਿ ਜਦੋਂ ਬੰਦਾ ਸਿੰਘ ਬਹਾਦਰ ਨੂੰ ਗੁਰੂ ਸਾਹਿਬਾਂ ਨੇ ਭੇਜਿਆ ਪੰਜਾਬ ਦੇ ਵਿੱਚ, ਤਾਂ ਉਸ ਵਕਤ ਜਿਹੜੇ ਉਹਨਾਂ ਦੇ ਨਾਲ ਭੇਜੀ ਗਈ ਉਹ ਵਣਜਾਰਾ ਸੈਨਾ ਹੀ ਸੀ ਜੀ। ਵਣਜਾਰਾ ਸੈਨਾ ਦਾ ਜ਼ਿਕਰ ਖਾਸ ਕਰਕੇ ਜਿਹੜੇ ਔਰੰਗਜ਼ੇਬ ਦੇ ਸਮੇਂ ਹੈ ਉਹਦੇ ਵਿੱਚ ਮਿਲਦਾ ਕਿ ਔਰੰਗਜ਼ੇਬ ਦੀ ਸੈਨਾ ਦੇ ਵਿੱਚ ਵਣਜਾਰਾ ਸੈਨਾ ਮਨਸਬਦਾਰ ਸੀਗੇ। ਮਨਸਬਦਾਰ ਮਤਲਬ ਉਹਨਾਂ ਕੋਲ ਹਜ਼ਾਰਾਂ ਦੇ ਗਿਣਤੀ 'ਚ ਫੌਜ ਸੀਗੀ। ਉਹ ਸੈਨਾ ਜਦੋਂ ਗੁਰੂ ਸਾਹਿਬਾਂ ਦੇ ਨਾਲ ਮਿਲ ਕੇ ਇੱਕ ਵੱਖਰਾ ਇਨਕਲਾਬ ਲਿਆਂਦਾ, ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਖਾਲਸਾ ਲੋਹਗੜ੍ਹ ਦੀ ਰਾਜਧਾਨੀ ਉਸਾਰੀ ਹੈ, ਤਾਂ ਉੱਥੇ ਗੁਰੂ ਮਤਲਬ ਕਾਫੀ ਤਾਦਾਦ ਦੇ ਵਿੱਚ ਜਿਹੜੇ ਵਣਜਾਰਾ ਸੈਨਾ ਸੀਗੀ ਸ਼ਹੀਦ ਹੋਈ। ਤਾਂ ਸੋਚਿਆ ਉਹਨਾਂ ਨੇ ਮੁਗਲਾਂ ਨੇ ਕਿ ਆਖਿਰ ਇਹਨੂੰ ਕੌਣ ਹੈ ਸੈਨਾ, ਕੌਣ ਲੋਕ ਨੇ ਜਿਹੜੇ ਇੰਨੇ ਮਰਜੀਵੜੇ ਨੇ, ਇੰਨੇ ਪੈਦਾ ਹੁੰਦੇ ਨੇ। ਤਾਂ ਫਿਰ ਜਦੋਂ ਰਿਪੋਰਟ ਦਿੱਤੀ ਗਈ ਤਾਂ ਪਤਾ ਲੱਗਿਆ ਕਿ ਵਣਜਾਰਾ ਜਿਹੜੀ ਸੈਨਾ ਹੈਗਾ ਇਹ ਜ਼ਿਆਦਾ ਇਸ ਚੀਜ਼ ਨੂੰ ਹਥਿਆਰਬੰਦ ਹੋ ਕੇ ਮਤਲਬ ਮੁਗਲਾਂ ਦਾ ਟਾਕਰਾ ਕਰ ਰਹੀ ਹੈ। ਤਾਂ ਉੱਥੋਂ ਫਿਰ ਇਹਨਾਂ ਦੇ ਖਾਤਮੇ ਦਾ, ਵਪਾਰਕ ਖਾਤਮੇ ਦਾ ਤੇ ਜੀਵ ਇਨਸਾਨੀ ਤੌਰ ਦੇ ਖਾਤਮੇ ਦਾ, ਜਿਨ੍ਹਾਂ 'ਤੇ ਟਰਾਈਬਸ ਵੱਖ-ਵੱਖ ਲਾ ਦਿੱਤੇ ਟਰਾਈਬਸ ਕਿ ਇਹ ਕ੍ਰਿਮੀਨਲ ਟਰਾਈਬਸ ਲਾ ਦਿੱਤੇ ਗਏ। ਅੰਗਰੇਜ਼ਾਂ ਨੇ ਵੀ ਕ੍ਰਿਮੀਨਲ ਟਰਾਈਬਸ ਲਾ ਦਿੱਤੇ। ਮੁਗਲਾਂ ਨੇ ਤਾਂ 30 ਰੁਪਏ ਪਰ ਸਿਰ ਦਾ ਰੱਖਿਆ ਸੀ ਉਹਨਾਂ ਨੇ ਕਿ ਜਿਹੜਾ ਇੱਕ ਨਾਨਕ ਪ੍ਰਸਤਾਂ ਦਾ ਸਿਰ ਵੱਢ ਕੇ ਲਿਆਊਗਾ ਉਹਨੂੰ 30 ਰੁਪਏ ਦਿੱਤੇ ਜਾਣਗੇ। ਜੋ ਅੰਗਰੇਜ਼ ਸੀਗੇ ਉਹਨਾਂ ਨੇ ਵੀ ਉਹ ਬਕਾਇਦਾ ਚਾਲੂ ਰੱਖਿਆ ਇਹ। ਤਾਂ ਜਿਹਦੇ ਨਾਲ ਕੀ ਹੋ ਗਿਆ ਕਿ ਉਹਨਾਂ ਦਾ ਜਿਹੜਾ ਪਰਿਵਾਰ ਸੀ, ਵਪਾਰ ਤਾਂ ਪਹਿਲਾਂ ਹੀ ਛੁੱਟ ਚੁੱਕਿਆ ਸੀ। ਜਿਹੜੇ ਉਹ ਬਚੇ ਖੁਚੇ ਵਪਾਰ ਲੋਕ ਸੀਗੇ ਉਹ ਵੀ ਮਤਲਬ ਸ਼ਹਾਦਤਾਂ ਨੂੰ ਪਿਆਰੇ ਹੋ ਗਏ, ਆਪਣੀ ਗੁਮਨਾਮ ਦੀ ਜ਼ਿੰਦਗੀ ਜੀਣ ਲੱਗ ਗਏ। ਇਸ ਤਰ੍ਹਾਂ ਮਤਲਬ ਇੱਕ ਵੱਡੇ ਜਿਹੜੇ ਵਪਾਰਕ ਸੰਗਠਨ ਦੇ ਮਾਲਕ ਬਾਬਾ ਲੱਖੀ ਰਾਏ ਵਣਜਾਰਾ ਜੀ ਦਾ ਜਿਹੜਾ ਬਹੁਤ ਵੱਡਾ ਪਰਿਵਾਰ ਸੀਗਾ, ਉਹ ਗੁਰੂ ਦਰਬਾਰ ਦੇ ਨਾਲ ਜਦੋਂ ਜੁੜਿਆ, ਸ਼ਹਾਦਤਾਂ ਦਿੱਤੀਆਂ, ਤਾਂ ਇਨਸਾਨੀਅਤ ਦੇ ਨਾਮ 'ਤੇ ਜੋ ਆਪਣੇ ਆਪ ਨੂੰ ਨਿਸ਼ਾਵਰ ਕੀਤਾ, ਤਾਂ ਉਹ ਉਹਨਾਂ ਦਾ ਸਮਾਜ ਦੇ ਵਿੱਚ ਮੁੱਲ ਇਹ ਮਿਲਿਆ ਕਿ ਉਹਨਾਂ ਦਾ ਪੂਰੇ ਦਾ ਪੂਰਾ ਪਰਿਵਾਰ ਖਤਮ ਕਰ ਦਿੱਤਾ ਗਿਆ। ਤਾਂ ਬਾਬਾ ਲੱਖੀ ਰਾਏ ਵਣਜਾਰਾ ਇੱਕ ਬਹੁਤ ਵੱਡੇ ਕੱਦ ਦੇ ਜੋ ਮਾਲਕ ਸੀਗੇ। ਦੁਖਾਂਤ ਇਹ ਹੈ ਕਿ ਸਿੱਖ ਧਰਮ ਦੇ ਵਿੱਚ ਜੋ ਵੀ ਪ੍ਰੋਫੈਸਰ ਨੇ ਜਾਂ ਯੂਨੀਵਰਸਿਟੀਆਂ ਨੇ ਜਾਂ ਜਥੇਬੰਦੀਆਂ ਨੇ ਜਾਂ ਕਮੇਟੀਆਂ ਨੇ, ਉਹ ਬਾਬਾ ਲੱਖੀ ਰਾਏ ਵਣਜਾਰਾ ਜੀ ਦੇ ਸ਼ਖਸੀਅਤ ਨਾਲ ਉਨਾ ਇਨਸਾਫ ਨਹੀਂ ਕਰ ਸਕਿਆ ਜਿੰਨਾ ਕਿ ਉਹਨਾਂ ਦੀ ਮਤਲਬ ਜੋ ਦੇਣ ਆ ਸਿੱਖ ਧਰਮ ਦੇ ਲਈ। ਇਹ ਬੜਾ ਦੁਖਾਂਤ ਹੈ ਜੀ। ਬਿਲਕੁਲ ਜੀ। ਸੋ ਬਹੁਤ ਅਹਿਮ ਜਾਣਕਾਰੀ ਹੈ ਜਿਹੜੀ ਬਈ ਚੀਮਾ ਸਾਹਿਬ ਨੇ ਦਿੱਤੀ ਹੈ ਸਾਨੂੰ। ਔਰ ਇੱਕ ਬੜਾ ਵੱਡਾ ਸਵਾਲ ਵੀ ਪੈਦਾ ਹੁੰਦਾ ਹੈ ਕਿ ਅੱਜ ਬਹੁਤ ਵੱਡੀ ਜ਼ਰੂਰਤ ਹੈਗੀ ਲੱਖੀ ਸਾਹਿਬ ਵਣਜਾਰਾ ਜੀ ਦੇ ਪੂਰੇ ਇਤਿਹਾਸ ਦੇ ਉੱਪਰ ਕੰਮ ਕਰਨ ਦੀ, ਕਿਉਂਕਿ ਬਹੁਤ ਅਹਿਮ ਸ਼ਖਸੀਅਤ ਸਿੱਖ ਧਰਮ ਦੀ, ਬਹੁਤ ਅਹਿਮ ਇਹ ਪਰਿਵਾਰ ਔਰ ਬਹੁਤ ਅਹਿਮ ਇਹ ਕਬੀਲੇ ਜਿਹੜੇ ਕਿ ਸਿੱਖੀ ਦੇ ਨਾਲ ਜੁੜਨ ਤੋਂ ਬਾਅਦ ਜਿਨ੍ਹਾਂ ਨੂੰ ਬਹੁਤ ਵੱਡਾ ਇੱਕ ਤਰ੍ਹਾਂ ਦਾ ਸੰਤਾਪ ਵੀ ਭੋਗਣਾ ਪਿਆ ਗਾ, ਅਤੇ ਅਜੇ ਤੱਕ ਇਤਿਹਾਸ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਇਨਸਾਫ ਨਹੀਂ ਕਰ ਸਕੇ। ਸੋ ਇਹਦੇ ਲਈ ਸਾਡੇ ਲੇਖਕ, ਬੁੱਧੀਜੀਵੀ, ਸਿੱਖ ਚਿੰਤਕਾਂ ਨੂੰ ਜ਼ਰੂਰ ਇਹਦੇ ਬਾਰੇ ਅੱਗੇ ਸੋਚਣਾ, ਖੋਜ ਕਰਨੀ ਬਣਦੀ ਹੈਗੀ। ਅੱਜ ਦੇ ਲਈ ਇੰਨਾ ਹੀ, ਫੇਰ ਮਿਲਾਂਗੇ। ਸਤਿ ਸ਼੍ਰੀ ਅਕਾਲ।